ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਿਜ਼ ਜਿਹਨੂੰ ਅਸੀਂ ਆਈਐਸ ਵੀ ਕਹਿ ਦਿੰਦੇ ਹਾਂ, ਤੇ ਕਿਸੇ ਵਕਤ ਇਹਨਾਂ ਸਰਵਿਸਿਜ਼ ਨੂੰ ਆਈਸੀਐਸ ਯਾਨੀ ਕਿ ਇੰਡੀਅਨ ਸਿਵਲ ਸਰਵਿਸਿਜ਼ ਵੀ ਕਿਹਾ ਜਾਂਦਾ ਸੀ। ਔਰ ਇਸ ਦੇ ਨਾਲ ਬਹੁਤ ਸਾਰੀਆਂ ਹੋਰ ਸਰਵਿਸਿਜ਼ ਨੇ, ਚਾਹੇ ਇੰਡੀਅਨ ਫੋਰਨ ਸਰਵਿਸਿਜ਼ ਹੋਣ, ਚਾਹੇ ਇੰਡੀਅਨ ਪੁਲਿਸ ਸਰਵਿਸਿਜ਼ ਜਿਨ੍ਹਾਂ ਨੂੰ ਅਸੀਂ ਆਈਪੀਐਸ ਕਹਿੰਦੇ ਹਾਂ। ਇਸੇ ਤਰ੍ਹਾਂ ਇਹਦੇ ਨਾਲ ਇੰਡੀਅਨ ਰੈਵਨਿਊ ਸਰਵਿਸਿਜ਼, तमाम ਤਰ੍ਹਾਂ ਦੀਆਂ ਸੇਵਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਨੇ। 165 ਸਾਲ ਪਹਿਲਾਂ ਇਹ ਸੇਵਾਵਾਂ ਸਥਾਪਿਤ ਇਸ ਕਰਕੇ ਕੀਤੀਆਂ ਗਈਆਂ ਸੀ ਤਾਂ ਕਿ ਲੋਕਾਂ ਲਈ, ਉਹਨਾਂ ਦੇ ਮਸਲਿਆਂ ਦੇ ਲਈ, ਉਹਨਾਂ ਦੀ ਮਦਦ ਦੇ ਲਈ ਚੰਗੀਆਂ ਪਾਲਿਸੀਜ਼ ਬਣ ਸਕਣ। ਇਹ ਜਿਹੜੇ ਸਾਰੇ ਪੜ੍ਹੇ ਲਿਖੇ ਨੌਜਵਾਨ ਨੇ ਇਹ ਆਉਣ, ਕਿਉਂਕਿ ਇਹ ਚੰਗੀਆਂ ਬੈਕਗਰਾਊਂਡ ਤੋਂ ਆਉਣਗੇ, ਚੰਗੇ ਪੜ੍ਹੇ ਲਿਖੇ ਆਉਣਗੇ, ਕੰਪੀਟੀਟਿਵ ਐਗਜ਼ਾਮਸ ਕਲੀਅਰ ਕਰਕੇ ਆਉਣਗੇ ਤੇ ਇਹ ਲੋਕਾਂ ਲਈ ਵਧੀਆ ਪਾਲਿਸੀਜ਼ ਬਣਾਉਣਗੇ ਔਰ ਲੋਕ ਜਿਹੜੇ ਨੇ ਉਹ ਖੁਸ਼ਹਾਲ ਹੋ ਸਕਣਗੇ। ਪਰ ਮੈਨੂੰ ਲੱਗਦਾ ਇਸ ਸਾਰੀ ਕਵਾਇਦ ਦਾ ਜਾਂ ਇਸ ਸਾਰੀ ਕੋਸ਼ਿਸ਼ ਦਾ ਜਿਹੜਾ ਮਕਸਦ ਸੀ ਉਹ ਕਿਤੇ ਨਾ ਕਿਤੇ ਗਵਾਚ ਗਿਆ। ਇਹ ਜਿਹੜੀਆਂ ਸਰਵਿਸਿਜ਼ ਨੇ ਜਾਂ ਇਸ ਵਿੱਚ ਅਫਸਰ ਲੱਗਦੇ ਨੇ ਜਿਨ੍ਹਾਂ ਨੂੰ ਅਸੀਂ ਆਈਐਸ ਅਫਸਰ ਕਹਿੰਦੇ ਆ, ਉਹ ਬਜਾਏ ਕਿ ਲੋਕਾਂ ਦੀ ਸੇਵਾ ਕਰਨ ਦੇ ਹੁਣ ਉਹਨਾਂ ਦੇ ਹੁਕਮਰਾਨ ਬਣ ਗਏ ਨੇ। ਇਸ ਤਰ੍ਹਾਂ ਲੱਗਦਾ ਉਹਨਾਂ ਦੇ ਮਾਲਿਕ ਬਣ ਗਏ ਨੇ। ਤੇ ਪਿਛਲੇ ਦਿਨਾਂ ਦੇ ਵਿੱਚ ਕਈ ਇਸ ਤਰ੍ਹਾਂ ਦੀਆਂ ਉਦਾਹਰਨਾਂ ਤੁਹਾਨੂੰ ਮਿਲ ਜਾਣਗੀਆਂ। ਇਹ ਕੇਵਲ ਲੋਕਾਂ ਦੀ ਸੇਵਾ ਕਰਨ ਤੋਂ ਨਾ ਨਹੀਂ ਕਰਦੇ, ਬਲਕਿ ਇਹ ਨਹੀਂ ਸਮਝਦੇ ਕਿ ਅਸੀਂ ਕੇਵਲ ਇਹਨਾਂ ਦੇ ਮਾਲਕ ਹਾਂ। ਹੁਣ ਤਾਂ ਇਹਨਾਂ ਨੇ ਲੋਕਾਂ ਦੇ ਜਿਹੜੇ ਚੁਣੇ ਹੋਏ ਨੁਮਾਇੰਦੇ ਨੇ, ਜਿਨ੍ਹਾਂ ਨੂੰ ਅਸੀਂ ਵਿਧਾਇਕ ਕਹਿੰਦੇ ਆ ਜਾਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਕਹਿੰਦੇ ਆ, ਉਹਨਾਂ ਨੂੰ ਵੀ ਇਗਨੋਰ ਕਰਨਾ ਸ਼ੁਰੂ ਕਰਤਾ, ਉਹਨਾਂ ਨੂੰ ਹਿਊਮਿਲੇਟ ਕਰਨਾ ਸ਼ੁਰੂ ਕਰਤਾ, ਉਹਨਾਂ ਦੀ ਇੱਕ ਤਰ੍ਹਾਂ ਦੀ ਬੇਇੱਜ਼ਤੀ ਕਰਨੀ ਸ਼ੁਰੂ ਕਰਤੀ ਆ। ਤੇ ਤੁਸੀਂ ਆਪ ਸੋਚੋ, ਜੇ ਅੱਜ ਇਹ ਐਮਐਲਏਜ਼ ਨਾਲ ਇਸ ਤਰ੍ਹਾਂ ਕਰ ਰਹੇ ਨੇ ਜਿਹੜੇ ਕਿ ਚੁਣੇ ਹੋਏ ਨੁਮਾਇੰਦੇ ਨੇ, ਤੇ ਫਿਰ ਇਹ ਅੱਗੇ ਕਿੱਥੋਂ ਤੱਕ ਪਹੁੰਚਣਗੇ? ਕੱਲ੍ਹ ਨੂੰ ਮੰਤਰੀਆਂ ਦੀ ਗੱਲ ਸੁਣਨੋਂ ਹਟ ਜਾਣਗੇ, ਕੱਲ੍ਹ ਨੂੰ ਇਹ ਮੁੱਖ ਮੰਤਰੀ ਦੀ ਨਹੀਂ ਸੁਣਨਗੇ, ਕਿਉਂਕਿ ਆਪਣੇ ਆਪ ਦੇ ਵਿੱਚ ਇਹ ਇੱਕ ਗਰੁੱਪ ਜਿਹੜਾ ਬਣ ਗਿਆ, ਇਹ ਕਿਸੇ ਨੂੰ ਵੀ ਡਰਾ ਲੈਂਦਾ। ਕਹਿੰਦਾ ਸਾਡੇ ਕੋਲ ਤਾਂ ਦੇਖੋ ਜੀ, ਸਾਡੀ ਤਾਂ ਯੂਨਿਟੀ ਬਹੁਤ ਆ। ਇਹਦੀਆਂ ਮੈਂ ਤੁਹਾਨੂੰ ਕਈ ਐਗਜ਼ਾਮਪਲਸ ਦਊਂਗਾ ਤੇ ਕੀ ਪਿਛਲੇ ਦਿਨਾਂ ਦੇ ਵਿੱਚ ਮਾਮਲੇ ਹੋਏ ਨੇ, ਇਹਨਾਂ ਸਾਰੀਆਂ ਚੀਜ਼ਾਂ ਬਾਰੇ ਵੀ ਦੱਸੂਗਾ। ਔਰ ਕੇਵਲ ਆਈਐਸ ਅਫਸਰ ਨਹੀਂ, ਹਾਈ ਕੋਰਟ ਦੇ ਜੱਜਿਸ, ਪਿਛਲੇ ਦਿਨਾਂ ਦੇ ਵਿੱਚ ਘੱਟੋ ਘੱਟ 2 ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਆਈਆਂ ਨੇ ਜਿੱਥੇ ਹਾਈ ਕੋਰਟ ਦੇ ਜੱਜਿਸ ਜਿਸ ਤਰ੍ਹਾਂ ਉਹ ਬਿਹੇਵ ਕਰਦੇ ਨੇ, ਲੱਗਦਾ ਹੀ ਨਹੀਂ ਹੈ ਕਿ ਉਹ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਇਨਸਾਫ ਦੇ ਪਾਉਣਗੇ। ਉਹਨਾਂ ਦੀ ਮਾਨਸਿਕਤਾ ਜਿਹੜੀ ਨਜ਼ਰ ਆਉਂਦੀ ਆ ਉਸ 'ਤੇ ਵੀ ਹੈਰਾਨੀ ਹੁੰਦੀ ਹੈ। ਕਿਸ ਤਰ੍ਹਾਂ ਆਈਐਸ ਅਫਸਰ ਤੇ ਜਿਹੜੇ ਇਹ ਜੱਜਿਸ ਆ ਕੇਵਲ ਆਪਣੇ ਕੁੱਤਿਆਂ ਲਈ ਜ਼ਿਆਦਾ, ਤੁਸੀਂ ਇਹ ਯਕੀਨ ਮੰਨੋ, ਮੈਂ ਦੁਬਾਰਾ ਰਿਪੀਟ ਕਰ ਦਿੰਦਾ, ਜਿਹੜੇ ਆਪਣੇ ਇਹਨਾਂ ਦੇ ਪੈਟ ਡੌਗਸ ਹੁੰਦੇ ਆ ਜਾਂ ਇਹਨਾਂ ਦੇ ਕੁੱਤੇ ਆ, ਉਹਨਾਂ ਲਈ ਇਹ ਜ਼ਿਆਦਾ ਫਿਕਰਮੰਦ ਆ ਬਜਾਏ ਕਿ ਆਮ ਲੋਕਾਂ ਲਈ। ਇਹਦੀਆਂ ਮੈਂ ਤੁਹਾਨੂੰ ਆਈਐਸ ਅਫਸਰ ਦੀ ਵੀ ਉਦਾਹਰਨ ਦਊਂਗਾ, ਇਸੇ ਤਰ੍ਹਾਂ ਦਿੱਲੀ ਹਾਈ ਕੋਰਟ ਦੇ ਜੱਜ ਦੀ ਵੀ ਉਦਾਹਰਨ ਦਊਂਗਾ। ਤੇ ਇਸ ਤੋਂ ਇਲਾਵਾ ਤਾਮਿਲਨਾਡੂ ਮਦਰਾਸ ਹਾਈ ਕੋਰਟ ਨੇ ਇੱਕ ਬਹੁਤ ਅਹਿਮ ਟਿੱਪਣੀ ਕੀਤੀ ਆ। ਦਰਅਸਲ ਤਾਮਿਲਨਾਡੂ ਦੇ ਵਿੱਚ ਉੱਥੇ ਇੱਕ ਮੰਦਿਰ ਦਾ ਸਮਾਗਮ ਹੋਣਾ ਸੀ। 2 ਜਥੇਬੰਦੀਆਂ ਆਪਸ ਦੇ ਵਿੱਚ ਲੜ ਰਹੀਆਂ ਸੀ ਤੇ ਇੱਕ ਜਥੇਬੰਦੀ ਨੇ ਮਦਰਾਸ ਹਾਈ ਕੋਰਟ ਦੇ ਵਿੱਚ ਅਪੀਲ ਦਾਇਰ ਕਰਤੀ, ਇੱਕ ਅਰਜ਼ੀ ਦਾਖਲ ਕਰਤੀ। ਕਹਿੰਦੇ ਜੀ ਸਾਨੂੰ ਸਿਕਿਉਰਿਟੀ ਦਿਓ ਪੁਲਿਸ ਦੀ, ਸਾਡੀ ਪੁਲਿਸ ਸੁਰੱਖਿਆ ਕਰੇ, ਅਸੀਂ ਇੱਕ ਸਮਾਗਮ ਕਰਨਾ, ਕਿਉਂਕਿ ਜਿਹੜਾ ਦੂਸਰਾ ਧੜਾ ਉਹ ਸਾਨੂੰ ਤੰਗ ਕਰ ਰਿਹਾ, ਸਾਨੂੰ ਉਹਦੇ ਤੋਂ ਖਤਰਾ ਤੇ ਇੱਥੇ ਹਿੰਸਾ ਹੋ ਸਕਦੀ ਆ। ਤੇ ਮਦਰਾਸ ਹਾਈ ਕੋਰਟ ਨੇ ਫਿਰ ਜਿਹੜੀ ਟਿੱਪਣੀ ਕੀਤੀ ਆ, ਉਹ ਕਹਿੰਦੇ ਜੇ ਤੁਸੀਂ ਆਪਸ ਦੇ ਵਿੱਚ ਰਲ ਕੇ ਇੱਕ ਮੰਦਿਰ ਦਾ ਸਮਾਗਮ ਕਰਨ ਦੇ ਵਿੱਚ ਜੇ ਤੁਹਾਨੂੰ ਲੱਗਦਾ ਹਿੰਸਾ ਹੋਣੀ ਆ ਜਾਂ ਆਪਸ ਦੇ ਵਿੱਚ ਭਾਈਚਾਰਾ ਨਹੀਂ ਹੋਣਾ ਜਾਂ ਇੱਕ ਦੂਸਰੇ ਨਾਲ ਮਤਭੇਦ ਹੋਣੇ ਆ, ਤੇ ਫਿਰ ਬੰਦ ਕਰ ਦਿਓ ਮੰਦਿਰ, ਇਹਨਾਂ ਦੀ ਲੋੜ ਹੀ ਕੀ ਆ। ਇਹ ਵੀ ਇੱਕ ਬਹੁਤ ਅਹਿਮ ਟਿੱਪਣੀ ਆ, ਇਸ ਬਾਰੇ ਵੀ ਆਪਾਂ ਗੱਲ ਕਰਾਂਗੇ। ਆਈਏਐਸ ਅਫਸਰ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿਸ ਤਰ੍ਹਾਂ ਇਹ ਲੋਕਾਂ ਦੇ ਹੁਕਮਰਾਨ ਬਣ ਗਏ ਨੇ। ਹੋਇਆ ਦਰਅਸਲ ਇਹ ਕਿ 16 ਮਈ ਨੂੰ ਲਗਭਗ ਉਸ ਨੂੰ 2 ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ, ਲੁਧਿਆਣੇ ਦੇ ਇੱਕ ਵਿਧਾਇਕ ਨੇ, ਐਮਐਲਏ ਨੇ, ਜਿਨ੍ਹਾਂ ਦਾ ਨਾਮ ਹੈ ਗੁਰਪ੍ਰੀਤ ਗੋਗੀ। ਉਹ ਲੁਧਿਆਣੇ ਪੱਛਮੀ ਤੋਂ ਐਮਐਲਏ ਨੇ। ਲੁਧਿਆਣੇ ਤੁਹਾਨੂੰ ਪਤਾ ਇੰਡਸਟਰੀ ਬਹੁਤ ਆ, ਉੱਥੋਂ ਦੇ ਜਿਹੜੇ ਇੰਡਸਟਰੀਅਲਿਸਟ ਨੇ ਉਹ ਹਮੇਸ਼ਾ ਹੀ ਰਹਿੰਦੇ ਨੇ ਕਿ ਕਿਸੇ ਤਰ੍ਹਾਂ ਦੀ ਕੋਈ ਪਾਲਿਸੀ ਬਣੇ, ਕੋਈ ਇਸ ਤਰ੍ਹਾਂ ਦੀਆਂ ਸਕੀਮਸ ਆਉਣ ਸਰਕਾਰ ਦੀਆਂ ਜਿਨ੍ਹਾਂ ਨਾਲ ਉਹਨਾਂ ਦਾ ਫਾਇਦਾ ਹੋਵੇ, ਜਿਨ੍ਹਾਂ ਨੂੰ ਅਪਣਾ ਕੇ ਉਹ ਆਪਣੇ ਇੰਡਸਟਰੀ ਦਾ ਵਾਧਾ ਕਰ ਸਕਣ। ਇਸ ਗੁਰਪ੍ਰੀਤ ਗੋਗੀ ਨੇ ਐਮਐਲਏ ਆ ਆਮ ਆਦਮੀ ਪਾਰਟੀ ਦਾ, ਇਹਨਾਂ ਨੂੰ ਪਤਾ ਲੱਗਾ ਕਿ ਜਿਹੜੇ ਪ੍ਰਿੰਸੀਪਲ ਸੈਕਟਰੀ ਇੰਡਸਟਰੀ ਐਂਡ ਕਮਰਸ ਆਈਐਸ ਅਫਸਰ 1995 ਬੈਚ ਦੇ ਦਲੀਪ ਕੁਮਾਰ, ਇਹ 16 ਮਈ ਨੂੰ ਇੱਕ ਬੈਠਕ ਕਰ ਰਹੇ ਨੇ ਚੰਡੀਗੜ੍ਹ ਦੇ ਵਿੱਚ ਇੰਡਸਟਰੀ ਦੀ, ਇੰਡਸਟਰੀਅਲਿਸਟ ਦੀ, ਸਨਅਤਕਾਰਾਂ ਦੀ,
17 ਸੈਕਟਰ ਦੇ ਵਿੱਚ ਦਫ਼ਤਰ ਹੈ ਇਹਨਾਂ ਦਾ, ਉੱਥੇ ਕਹਿੰਦੇ ਇਹ ਕਰ ਰਹੇ ਨੇ ਇੱਕ ਮੀਟਿੰਗ, ਤੇ ਇਹਨਾਂ ਨੂੰ ਵੀ ਲੱਗਦਾ ਕਿ ਮੈਨੂੰ ਵੀ ਜਾਣਾ ਚਾਹੀਦਾ। ਇਹ ਲੁਧਿਆਣੇ ਦੇ ਕੁਝ ਇੰਡਸਟਰੀਲਿਸਟ ਨੂੰ ਲੈਂਦੇ ਨੇ ਤੇ ਉਹਨਾਂ ਨੂੰ ਕਹਿੰਦੇ ਆਓ ਚੱਲੀਏ। ਲਗਭਗ ਇਹ ਸਾਰੇ ਇੰਡਸਟਰੀ ਇਹਨਾਂ ਨਾਲ ਤੁਰ ਪੈਂਦੇ ਨੇ, ਉਹ ਵੀ ਗਰੁੱਪ ਹੁੰਦਾ। ਜਾ ਕੇ ਜਦੋਂ ਦਫ਼ਤਰ ਪਹੁੰਚਦੇ ਨੇ, ਇਹ ਕਮਰੇ ਦੇ ਵਿੱਚ ਚਲੇ ਜਾਂਦੇ ਨੇ, ਮੀਟਿੰਗ ਜਿਹੜੀ ਉਹ ਲਗਭਗ ਸ਼ੁਰੂ ਹੋਣ ਵਾਲੀ ਹੁੰਦੀ ਆ, ਤੇ ਜਿੱਦਾਂ ਹੀ ਇਹ ਗੁਰਪ੍ਰੀਤ ਗੋਗੀ ਆਪਣੀ ਕੁਰਸੀ ਤੇ ਬਹਿਣ ਲੱਗਦੇ ਨੇ, ਨਾਲ ਦੀ ਨਾਲ ਇਹ ਦਲੀਪ ਕੁਮਾਰ IAS ਆਫਿਸਰ, ਵੈਸੇ ਮੈਂ ਇਹ ਵੀ ਦੱਸਦਾ ਕਿ ਹੁਣ ਇਹ ਉਸ ਮਹਿਕਮੇ 'ਚ ਨਹੀਂ ਰਹੇ, ਇਹਨਾਂ ਦਾ ਤਬਾਦਲਾ ਹੋ ਗਿਆ, ਇਹਨਾਂ ਦੀ ਬਦਲੀ ਕਰਕੇ ਇਹਨਾਂ ਨੂੰ NRI ਅਫੇਅਰਸ ਮਹਿਕਮੇ ਦੇ ਵਿੱਚ ਇਹਨਾਂ ਨੂੰ ਬਦਲੀ ਕਰਤਾ। ਪਰ ਮੈਂ 16 ਮਈ ਦੀ ਗੱਲ ਕਰ ਰਿਹਾ। 16 ਮਈ ਨੂੰ ਇਹ ਇੰਡਸਟਰੀ ਦੇ ਪ੍ਰਿੰਸੀਪਲ ਸੈਕਟਰੀ ਸੀ, ਯਾਨੀ ਕਿ ਉਸ ਮਹਿਕਮੇ ਦੇ ਸਭ ਤੋਂ ਵੱਡੇ ਅਫਸਰ। ਤੇ ਜਿੱਦਾਂ ਹੀ ਗੁਰਪ੍ਰੀਤ ਗੋਗੀ ਕੁਰਸੀ ਤੇ ਬਹਿਣ ਲੱਗੇ, ਕਹਿੰਦੇ ਤੂੰ ਕੌਣ ਹੋ ਤੁਸੀਂ, ਕਿਸ ਤਰ੍ਹਾਂ, ਕਿਹਨੇ ਬੁਲਾਇਆ ਤੁਹਾਨੂੰ? ਇਹਨਾਂ ਨੇ ਦੱਸਿਆ ਜੀ ਮੈਂ MLA ਆ ਲੁਧਿਆਣੇ ਦਾ, ਤੇ ਮੈਂ ਵੀ ਇਹ ਜਿਹੜਾ ਮੀਟਿੰਗ ਆ, ਇਹ ਬੈਠਕ ਆ, ਇਹਦੇ ਵਿੱਚ ਭਾਗ ਲੈਣ ਆਇਆ, ਤੇ ਮੇਰੇ ਨਾਲ ਕੁਝ ਇੰਡਸਟਰੀਲਿਸਟ ਨੇ, ਅਸੀਂ ਤੁਹਾਡੀਆਂ ਗੱਲਾਂ ਸੁਣਨ ਆਏ ਆ। ਕਹਿੰਦੇ ਤੁਹਾਨੂੰ ਤਾਂ ਇਨਵਾਈਟ ਹੀ ਨਹੀਂ ਕੀਤਾ, ਤੁਹਾਨੂੰ ਕਿਹਨੇ ਸੱਦਾ ਭੇਜਿਆ, ਚਲੋ ਬਾਹਰ ਜਾਓ। ਉਹਨਾਂ ਨੇ ਰਿਕੁਐਸਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਗੁਰਪ੍ਰੀਤ ਗੋਗੀ ਤੇ ਜਿਹੜੇ ਇੰਡਸਟਰੀਲਿਸਟ ਉਹਨਾਂ ਦੇ ਨਾਲ ਗਏ ਸੀ, ਉਹਨਾਂ ਨੂੰ ਉਸ ਮੀਟਿੰਗ ਦੇ ਵਿੱਚੋਂ, ਉਸ ਬੈਠਕ ਦੇ ਵਿੱਚੋਂ ਉਸੇ ਤਰ੍ਹਾਂ ਬਾਹਰ ਜਾਣਾ ਪਿਆ। ਹੁਣ ਇਸ ਗੱਲ ਦਾ ਉਹ ਬਾਹਰ ਤਾਂ ਆ ਗਏ, ਪਰ ਤੁਸੀਂ ਦੇਖੋ ਉਹਨਾਂ ਨੂੰ ਆਪਣੇ ਆਪ ਵੀ, ਗੁਰਪ੍ਰੀਤ ਗੋਗੀ ਨੂੰ ਆਪ ਵੀ ਬਹੁਤ ਹਿਊਮਿਲੀਏਸ਼ਨ ਹੋਈ, ਤੇ ਨਾਲ ਜਿਹੜੇ ਗਰੁੱਪ ਨੂੰ ਲੈ ਕੇ ਗਏ ਸੀ, ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹ ਸਾਡੀ ਨੁਮਾਇੰਦਗੀ ਕਰਦੇ ਨੇ, ਸਾਡੇ ਵਿਧਾਇਕ ਨੇ, ਚਲੋ ਇਹ ਘੱਟੋ ਘੱਟ ਸਾਨੂੰ ਪੰਜਾਬ ਸਰਕਾਰ ਦੇ ਇੱਕ ਵੱਡੇ ਅਫਸਰ ਕੋਲੇ ਲੈ ਕੇ ਜਾ ਰਹੇ ਨੇ, ਤੇ ਉੱਥੇ ਅਸੀਂ ਆਪਣੀਆਂ ਮੁਸ਼ਕਲਾਂ ਵੀ ਦੱਸਾਂਗੇ, ਆਪਣੀਆਂ ਮੰਗਾਂ ਵੀ ਰੱਖਾਂਗੇ, ਕੋਈ ਨਾ ਕੋਈ ਗੱਲ ਦੱਸਾਂਗੇ ਜਿਹਦੇ ਨਾਲ ਇਸ ਇੰਡਸਟਰੀ ਦਾ ਥੋੜਾ ਵਾਧਾ ਹੋਵੇ, ਥੋੜੀ ਖੁਸ਼ਹਾਲੀ ਆਵੇ। ਲੇਕਿਨ ਜਿਸ ਤਰ੍ਹਾਂ ਇਹਨਾਂ ਨੂੰ ਆ ਗਿਆ, ਤੇ ਬੜੀ ਇਹਨਾਂ ਨੂੰ ਇੱਕ ਤਰ੍ਹਾਂ ਦੀ ਨਮੋਸ਼ੀ ਹੋਈ ਕਿ ਕੀ ਸਰਕਾਰੀ ਅਫਸਰ ਸਾਡੀ ਸਰਕਾਰ ਹੋਵੇ ਤੇ ਸਾਡੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਰਨ। ਉਹਨਾਂ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਉਹਨਾਂ ਨੂੰ ਚਿੱਠੀ ਲਿਖੀ, ਉਹਨਾਂ ਨੂੰ ਸ਼ਿਕਾਇਤ ਕੀਤੀ। ਕਹਿੰਦੇ ਜੀ ਮੇਰੇ ਨਾਲ ਦਲੀਪ ਕੁਮਾਰ ਨੇ, ਪ੍ਰਿੰਸੀਪਲ ਸੈਕਟਰੀ ਇੰਡਸਟਰੀ ਐਂਡ ਕਮਰਸ, ਇਹਨਾਂ ਨੇ ਬਹੁਤ ਮਾੜਾ ਬਿਹੇਵ ਕੀਤਾ, ਮੇਰੀ ਇਨਸਲਟ ਕੀਤੀ, ਔਰ ਮੇਰੇ ਨਾਲ ਜਿਹੜੇ ਗਏ ਸੀ ਉਹਨਾਂ ਨੇ ਵੀ ਲਗਭਗ ਇਸੇ ਤਰ੍ਹਾਂ ਮਹਿਸੂਸ ਕੀਤਾ, ਤੇ ਇਹਨਾਂ ਦੇ ਖਿਲਾਫ ਤੁਸੀਂ ਬਣਦੀ ਕਾਰਵਾਈ ਜ਼ਰੂਰ ਕਰੋ। ਘੱਟੋ ਘੱਟ ਜਿਹੜੇ ਨੁਮਾਇੰਦੇ ਨੇ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ, ਉਹਨਾਂ ਨਾਲ ਇਸ ਤਰ੍ਹਾਂ ਤਾਂ ਨਾ ਹੋਵੇ। ਆਖਿਰਕਾਰ ਕੁਲਤਾਰ ਸਿੰਘ ਸੰਧਵਾਂ ਨੂੰ ਵੀ ਲੱਗਾ ਕਿ ਇਹ ਮਾਮਲਾ ਕਿਤੇ ਵੱਧ ਨਾ ਜਾਵੇ। ਉਹਨਾਂ ਨੇ 2 ਚਿੱਠੀਆਂ ਲਿਖੀਆਂ, 2 ਕਮਿਊਨੀਕੇਸ਼ਨਸ ਕੀਤੀਆਂ ਦਲੀਪ ਕੁਮਾਰ ਨੂੰ। ਪਰ ਦਲੀਪ ਕੁਮਾਰ ਕਿਉਂਕਿ ਸਿਰ ਤੇ ਚੜੀ ਹੋਈ ਆ, ਇੱਕ ਤਰ੍ਹਾਂ ਦਾ ਸੱਤਾ ਦਾ ਨਸ਼ਾ ਕਹਿ ਲਓ, ਸੱਤਾ ਤਾਂ ਆਪਾਂ ਨੂੰ ਨਹੀਂ ਕਵਾਂਗੇ, ਇੱਕ ਤਰ੍ਹਾਂ ਦਾ ਕੁਰਸੀ ਦਾ ਨਸ਼ਾ ਕਹਿ ਲਓ, ਜਾਂ ਇਹ ਕਹਿ ਲਓ ਕਿ ਮੈਂ ਤਾਂ IAS ਅਫਸਰ ਆ, ਮੈਂ ਤਾਂ ਬੜਾ ਸੀਨੀਅਰ ਆ, ਮੈਨੂੰ ਕੌਣ ਪੁੱਛਣ ਵਾਲਾ। ਕੋਈ ਕਿਸੇ ਤਰ੍ਹਾਂ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ, ਤੇ ਆਖਿਰਕਾਰ ਕੁਲਤਾਰ ਸਿੰਘ ਸੰਧਵਾਂ ਨੇ ਹੁਣ ਇਹ ਮਾਮਲਾ ਵਿਧਾਨ ਸਭਾ ਦੀ ਪ੍ਰਿਵਿਲੇਜ ਕਮੇਟੀ ਨੂੰ ਦੇਤਾ, ਤਾਂ ਕਿ ਇਹਨਾਂ ਨੂੰ ਹੁਣ 25 ਤਰੀਕ ਨੂੰ, ਅੱਜ 24 ਤਰੀਕ ਆ, 24 ਜੁਲਾਈ ਆ, 25 ਤਰੀਕ ਨੂੰ, 25 ਜੁਲਾਈ ਨੂੰ ਇਹਨਾਂ ਨੂੰ ਵਿਧਾਨ ਸਭਾ ਦੀ ਕਮੇਟੀ ਨੇ ਸਮਨ ਕਰ ਲਿਆ। ਵੈਸੇ ਮੈਂ ਤੁਹਾਨੂੰ ਇਹ ਵੀ ਦੱਸਦਾ ਕਿ ਦਲੀਪ ਕੁਮਾਰ ਨੂੰ ਕੁਝ ਪੱਤਰਕਾਰਾਂ ਨੇ ਜ਼ਰੂਰ ਅਪਰੋਚ ਕੀਤਾ ਸੀ, ਉਹਨਾਂ ਤੋਂ ਉਹਨਾਂ ਦਾ ਪੱਖ ਜਾਣਨ ਲਈ। ਕਹਿੰਦੇ ਜੀ ਮੈਨੂੰ ਤਾਂ ਕੋਈ ਕਮਿਊਨੀਕੇਸ਼ਨ ਹੀ ਨਹੀਂ ਆਈ ਕੁਲਤਾਰ ਸਿੰਘ ਸੰਧਵਾਂ ਦੀ ਜਾਂ ਪੰਜਾਬ ਦੇ ਵਿਧਾਨ ਸਭਾ ਸਪੀਕਰ ਦੀ, ਤੇ ਇੱਕ ਜ਼ਰੂਰ ਚਿੱਠੀ ਮਿਲੀ ਆ, ਤੇ ਮੈਂ ਸੋਚਿਆ ਮਿਲ ਕੇ ਕਰ ਲਾਂ, ਤੇ ਕੀ ਤੁਹਾਡਾ ਫਰਜ਼ ਨਹੀਂ ਸੀ ਬਣਦਾ। ਦੂਸਰੀ ਗੱਲ ਇਹ ਕਹਿੰਦੇ ਮੈਂ ਤਾਂ ਉਹਨਾਂ ਨੂੰ ਜਾਣਦਾ ਹੀ ਨਹੀਂ ਸੀ, ਯਾਨੀ ਕਿ ਜਿਹੜੇ MLA ਆਏ ਸੀ ਗੁਰਪ੍ਰੀਤ ਗੋਗੀ, ਉਹਨਾਂ ਨੂੰ ਜਾਣਦਾ ਨਹੀਂ ਸੀ। 1.5 ਸਾਲ ਤੋਂ ਉੱਪਰ ਹੋ ਗਿਆ ਇਸ ਸਰਕਾਰ ਨੂੰ ਬਣੀ ਹੋਈ ਨੂੰ, ਤੇ ਇੱਕ ਵੱਡੇ ਅਫਸਰ ਨੂੰ ਜਿਹੜਾ ਆਪਣੇ ਆਪ ਨੂੰ ਪ੍ਰਿੰਸੀਪਲ ਸੈਕਟਰੀ ਜਿਹਨਾਂ ਨੂੰ ਮਿਲਿਆ ਹੋਇਆ ਜਾਂ IAS ਅਫਸਰ ਵੱਡਾ ਕਹਿੰਦਾ, ਉਹਨੂੰ MLAs ਬਾਰੇ ਨਹੀਂ ਪਤਾ। ਚਲੋ ਮੰਨ ਵੀ ਲਈਏ ਨਹੀਂ ਪਤਾ ਹੋ ਸਕਦਾ, ਬਾਈ ਫੇਸ ਨਹੀਂ ਜਾਣਦੇ ਹੋਣਗੇ, ਪਰ ਜੇ ਉਹ ਆਪਣਾ MLA ਤਾਰਫ ਕਰਾ ਰਿਹਾ ਜਾਂ ਦੱਸ ਰਿਹਾ ਕਿ ਮੈਂ MLA ਆ ਲੁਧਿਆਣੇ ਤੋਂ, ਮੇਰੇ ਨਾਲ ਇੰਡਸਟਰੀਲਿਸਟ ਆਏ ਨੇ, ਤੇ ਕੀ ਇਹਨਾਂ ਦਾ ਇਹ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਕਮਰੇ ਚੋਂ ਬਾਹਰ ਕੱਢ ਦਿੱਤਾ ਜਾਂਦਾ। ਹੁਣ ਇਹ ਦੇਖਣਾ ਕਿ ਇਸ ਅਫਸਰ ਤੇ, ਜਿਹੜਾ ਇਸ ਟਾਈਮ ਦਲੀਪ ਕੁਮਾਰ ਦੀ ਮੈਂ ਗੱਲ ਕਰ ਰਿਹਾ, ਇਸ ਅਫਸਰ ਤੇ ਕੀ ਕਾਰਵਾਈ ਹੁੰਦੀ ਆ। ਵੈਸੇ ਇਹ ਕੋਈ ਪਹਿਲਾ ਇੰਸਟੈਂਸ ਨਹੀਂ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੰਦਾ। ਇਸੇ ਤਰ੍ਹਾਂ ਅਕਤੂਬਰ ਦੇ ਮਹੀਨੇ ਦੇ ਵਿੱਚ ਪਿਛਲੇ ਸਾਲ ਸਨ 2022 ਦੇ ਵਿੱਚ ਵਿਧਾਨ ਸਭਾ ਦੀ ਇੱਕ ਕਮੇਟੀ ਨੰਗਲ ਜਾਂਦੀ ਆ, ਉਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਸਿਕਿਉਰਿਟੀ ਨਹੀਂ ਹੁੰਦੀ, ਕੋਈ ਸੁਰੱਖਿਆ ਨਹੀਂ ਹੁੰਦੀ, ਕੋਈ ਬਾਤ ਨਹੀਂ ਪੁੱਛਦਾ ਉਹਨਾਂ ਨੂੰ ਕਿਸੇ ਤਰ੍ਹਾਂ ਦੀ, ਤੇ ਉਸ ਤੋਂ ਬਾਅਦ ਉਹ ਇਸ ਦੀ ਸ਼ਿਕਾਇਤ ਕਰਦੇ ਨੇ। ਕਿਉਂਕਿ ਜਦੋਂ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਸ ਦੀ ਸ਼ਿਕਾਇਤ ਕਰਦੇ ਨੇ, ਤੇ ਉਹਨਾਂ ਨੇ 2 ਅਫਸਰਾਂ ਨੂੰ ਉਹਨਾਂ ਦਿਨਾਂ ਦੇ ਵਿੱਚ ਵੀ ਬੁਲਾਇਆ ਸੀ, ਇੱਕ ਅਨੁਰਾਗ ਵਰਮਾ,
ਹੋਮ ਅਫੇਅਰਸ ਐਂਡ ਜਸਟਿਸ ਮਹਿਕਮੇ ਦੇ ਇਹ ਪ੍ਰਿੰਸੀਪਲ ਸੈਕਟਰੀ ਸੀ, ਇਹਨਾਂ ਨੂੰ ਵੀ ਬੁਲਾਇਆ ਸੀ। ਤੇ ਜਨਰਲ ਐਡਮਿਨਿਸਟ੍ਰੇਸ਼ਨ ਉਸ ਟਾਈਮ ਉਹਦੇ ਸੈਕਟਰੀ ਸੀ ਕੁਮਾਰ ਰਾਹੁਲ। ਇਹਨਾਂ ਨੂੰ ਅਕਤੂਬਰ ਦੇ ਮਹੀਨੇ ਦੇ ਵਿੱਚ ਪੰਜਾਬ ਪ੍ਰਿਵਿਲੇਜ ਕਮੇਟੀ, ਵਿਧਾਨ ਸਭਾ ਦੀ ਜਿਹੜੀ ਪ੍ਰਿਵਿਲੇਜ ਕਮੇਟੀ ਆ ਵਿਧਾਨ ਸਭਾ ਦੀ, ਉਸ ਦੇ ਵਿੱਚ ਇਹਨਾਂ ਨੂੰ ਵੀ ਬੁਲਾਇਆ ਗਿਆ ਸੀ। ਇਸ ਤੋਂ ਇਲਾਵਾ ਨਵੰਬਰ ਦੇ ਮਹੀਨੇ ਸਨ 2022 ਦੇ ਵਿੱਚ ਵੀ ਯਾਦ ਕਰੋ, ਉਸ ਵਕਤ 5 ਡਿਪਟੀ ਕਮਿਸ਼ਨਰਸ ਨੂੰ ਵੱਖਰੇ ਵੱਖਰੇ ਜ਼ਿਲ੍ਹਿਆਂ ਦੇ, ਇੱਕ ਸੰਗਰੂਰ ਦੇ, ਇਸੇ ਤਰ੍ਹਾਂ ਬਠਿੰਡੇ ਦੇ, ਇਸੇ ਤਰ੍ਹਾਂ ਤਰਨਤਾਰਨ ਦੇ, ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਤੇ ਇਸੇ ਤਰ੍ਹਾਂ ਮੋਹਾਲੀ ਦੇ ਡਿਪਟੀ ਕਮਿਸ਼ਨਰ, ਇਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਸੀ ਇਸੇ ਪ੍ਰਿਵਿਲੇਜ ਕਮੇਟੀ ਨੇ ਔਰ ਕਿਹਾ ਸੀ ਆ ਕੇ ਮਾਫੀ ਮੰਗੋ। ਕਸੂਰ ਕੀ ਸੀ ਇਹਨਾਂ ਦਾ? 15 ਅਗਸਤ ਸਨ 2022 ਨੂੰ ਜਦੋਂ ਵਿਧਾਇਕ ਗਏ ਸੀ ਉਹਨਾਂ ਸਮਾਗਮਾਂ ਦੇ ਵਿੱਚ ਹਿੱਸਾ ਲੈਣ, ਜਿੱਥੇ ਝੰਡਾ ਲਹਿਰਾਇਆ ਜਾਣਾ ਸੀ ਆਜ਼ਾਦੀ ਦੇ ਮੌਕੇ ਦੇ ਵਿੱਚ 15 ਅਗਸਤ ਦੇ ਮੌਕੇ ਤੇ, ਉੱਥੇ ਉਹਨਾਂ ਨੂੰ ਇਹਨਾਂ ਨੇ ਕੁਰਸੀਆਂ ਤੱਕ, ਜਿਹੜਾ ਇੱਕ ਪ੍ਰੋਟੋਕਾਲ ਹੁੰਦਾ ਕਿ ਕੋਈ ਵੀ ਜਿਹੜਾ ਨੁਮਾਇੰਦਾ ਐਮਐਲਏ ਆ ਉਸ ਇਲਾਕੇ ਦਾ, ਉਸ ਨੂੰ ਇੱਕ ਖਾਸ ਬਣਦਾ ਸਥਾਨ ਦਿੱਤਾ ਜਾਵੇ, ਉਹਨੂੰ ਬਿਠਾਇਆ ਜਾਵੇ। ਇਹਨਾਂ ਡਿਪਟੀ ਕਮਿਸ਼ਨਰਸ ਦੇ ਇਹਨਾਂ ਦਾ ਦਿਮਾਗ ਖਰਾਬ ਹੋਇਆ, ਇਹਨਾਂ ਨੇ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਕੀਤਾ। ਤੇ ਉਸ ਟਾਈਮ ਮੈਨੂੰ ਇਹ ਵੀ ਯਾਦ ਆ ਕਿ ਐਮਐਲਏ ਕੁਲਵੰਤ ਸਿੰਘ ਪੰਡੋਰੀ, ਉਹਨਾਂ ਦੇ ਅਧੀਨ 11 ਮੈਂਬਰੀ ਇਹ ਪ੍ਰਿਵਿਲੇਜ ਕਮੇਟੀ ਬਣੀ ਸੀ। ਤੇ ਉਸ ਤੋਂ ਬਾਅਦ ਇਹਨਾਂ ਸਾਰੇ ਡਿਪਟੀ ਕਮਿਸ਼ਨਰਸ ਦੇ, ਮੈਂ ਫੇਰ ਦੱਸਦਾ, ਸੰਗਰੂਰ ਸਨ 2022 ਦੀ ਗੱਲ ਕਰ ਰਿਹਾ, ਨਵੰਬਰ ਦੇ ਮਹੀਨੇ ਦੀ ਗੱਲ ਕਰ ਰਿਹਾ, ਸੰਗਰੂਰ ਦੇ ਡੀਸੀ ਨੇ, ਬਠਿੰਡੇ ਦੇ ਡੀਸੀ ਨੇ, ਤਰਨਤਾਰਨ ਦੇ ਡੀਸੀ ਨੇ, ਨਵਾਂ ਸ਼ਹਿਰ ਦੇ ਡੀਸੀ ਨੇ ਤੇ ਮੋਹਾਲੀ ਦੇ ਡੀਸੀ ਨੇ, ਜਦੋਂ ਇਹਨਾਂ ਨੂੰ ਬੁਲਾਇਆ ਗਿਆ ਇਹਨਾਂ ਨੇ ਮਾਫੀ ਮੰਗੀ ਸੀ। ਪਰ ਮੈਨੂੰ ਲੱਗਦਾ ਇੰਨੀ ਮਾਫੀ ਇਹਨਾਂ ਲਈ ਕਾਫੀ ਨਹੀਂ ਆ, ਕਿਉਂਕਿ ਬਾਰ-ਬਾਰ ਅੱਜ ਵੀ ਜਿਹੜੇ ਦਿਮਾਗ ਆ ਉਹ ਦਰੁਸਤ ਨਹੀਂ ਹੋਏ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਇਹ ਤਾਂ ਸਾਰਾ ਕੰਮ ਹੁੰਦਾ ਹੀ ਰਹਿਣਾ, ਫੇਰ ਕੀ ਆ। ਇਸ ਤੋਂ ਇਲਾਵਾ ਤੁਸੀਂ ਇੱਕ ਚੀਜ਼ ਹੋਰ ਦੇਖੋ, ਕਿਉਂਕਿ ਕਾਰਨ ਇਹਦੇ ਵਿੱਚ ਇਹ ਆ ਕਿ ਜਿਹੜੇ ਪੰਜਾਬ ਦੇ ਆਈਐਸ ਅਫਸਰ ਆ ਇਹ ਹਜੇ ਵੀ ਮੰਨਣ ਨੂੰ ਤਿਆਰ ਨਹੀਂ ਆ ਕਿ ਕਿਸੇ ਤਰ੍ਹਾਂ ਦਾ ਬਦਲਾਅ ਹੋ ਚੁੱਕਾ ਜਾਂ ਸਰਕਾਰ ਬਦਲ ਚੁੱਕੀ ਆ। ਸਾਨੂੰ ਜਿਹੜੇ ਨਵੇਂ ਨੁਮਾਇੰਦੇ ਚੁਣੇ ਹੋਏ ਨੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਇੱਜ਼ਤ ਕਰਨੀ ਆ, ਉਹਨਾਂ ਦੀ ਗੱਲ ਸੁਣਨੀ ਆ, ਕਿਉਂਕਿ ਜੇ ਇਹਨਾਂ ਨੂੰ ਲੱਗਦਾ ਕੋਈ ਕਿਸੇ ਤਰ੍ਹਾਂ ਦਾ ਕੋਈ ਐਮਐਲਏ, ਕੋਈ ਵਿਧਾਇਕ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਜ਼ਿਆਦਤੀ ਕਰ ਰਿਹਾ, ਫਿਰ ਤਾਂ ਤੁਸੀਂ ਗੱਲ ਕਰੋ। ਹੁਣ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਕੱਲੇ ਆਈਐਸ ਅਫਸਰ ਨਹੀਂ, ਤੁਸੀਂ ਦੇਖੋ ਪੁਲਿਸ ਅਫਸਰਾਂ ਦਾ ਵੀ ਪਿਛਲੇ ਦਿਨਾਂ ਦੇ ਵਿੱਚ ਕਿੰਨਾ ਦਿਮਾਗ ਖਰਾਬ ਆ। ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਮੈਂ ਹੌਪਰਸ ਬਾਰ ਐਂਡ ਰੈਸਟੋਰੈਂਟ ਰਣਜੀਤ ਐਵੀਨਿਊ ਉੱਥੋਂ ਦੀ ਗੱਲ ਸੁਣਾਈ ਸੀ, ਕਿਸ ਤਰ੍ਹਾਂ ਸਾਰੀ ਦੀ ਸਾਰੀ ਪੁਲਿਸ ਨੇ ਮਿਲ ਕੇ ਉਹਨਾਂ ਦੋ ਭਰਾਵਾਂ ਦੇ ਰੈਸਟੋਰੈਂਟ ਦਾ ਬਿਜ਼ਨਸ ਤਬਾਹ ਕਰਨ ਦੀ ਸੋਚੀ ਸੀ। 47-48 ਦਿਨ ਲੱਗ ਗਏ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਰਾਹਤ ਲੈ ਕੇ ਉਹ ਮੁੜੇ ਨੇ। ਇਸੇ ਤਰ੍ਹਾਂ ਦੇ ਗੁਰਦਾਸਪੁਰ ਦੇ ਵਿੱਚ ਦੇਖੋ, ਗੁਰਦਾਸਪੁਰ ਦੇ ਵਿੱਚ ਵੀ ਇੱਕ ਮਮਤਾ ਨਾਮ ਦੀ ਕੁੜੀ, 23 ਸਾਲਾਂ ਦੀ ਕੁੜੀ ਸੀ, ਜਿਹਨੂੰ ਟੌਰਚਰ ਕੀਤਾ ਗਿਆ, ਕਰੰਟ ਲਾਏ ਗਏ, 18 ਸੱਟਾਂ ਉਹਦੀਆਂ ਜਿਹੜੀਆਂ ਉੱਥੋਂ ਦੇ ਸਿਵਲ ਹਸਪੀਟਲ ਦੇ, ਜਦੋਂ ਉਹਦਾ ਮੈਡੀਕਲ ਲੀਗਲ ਜਿਹੜਾ ਉਹਦੀ ਸਾਰੀ ਐਗਜ਼ਾਮੀਨੇਸ਼ਨ ਹੋਈ, ਮੈਡੀਕਲ ਲੀਗਲ ਰਿਪੋਰਟ ਦੇ ਵਿੱਚ ਆਇਆ ਕਿ ਉਸ ਕੁੜੀ ਨੂੰ ਕਿੰਨਾ ਬੁਰੀ ਤਰ੍ਹਾਂ ਟੌਰਚਰ ਕੀਤਾ ਗਿਆ। ਇਹਨਾਂ ਸਾਰੀਆਂ ਚੀਜ਼ਾਂ ਇਹ ਤਾਂ ਕਰਕੇ ਹੋ ਰਹੀਆਂ, ਚਾਹੇ ਪੁਲਿਸ ਐਡਮਿਨਿਸਟ੍ਰੇਸ਼ਨ ਹੋਵੇ ਤੇ ਚਾਹੇ ਸਿਵਲ ਐਡਮਿਨਿਸਟ੍ਰੇਸ਼ਨ ਹੋਵੇ, ਇਹਨਾਂ ਨੂੰ ਲੱਗਦਾ ਸਰਕਾਰ ਦੀ ਪਰਵਾਹ ਹੀ ਨਹੀਂ ਆ। ਔਰ ਇਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਹੋਰ ਵੀ ਕਈ ਗੱਲਾਂ ਆਉਣਗੀਆਂ। ਹੁਣ ਆਖਿਰਕਾਰ 2 ASI ਤੇ ਮੁਕੱਦਮਾ ਦਰਜ ਹੋਇਆ, ਇੱਕ ASI ਮੰਗਲ ਸਿੰਘ ਤੇ ਇੱਕ ASI ਅਸ਼ਵਨੀ ਕੁਮਾਰ, ਜਿਨ੍ਹਾਂ ਨੇ ਉਸ ਕੁੜੀ ਨੂੰ ਟੌਰਚਰ ਕੀਤਾ ਸੀ। ਔਰ ਇਹਨਾਂ ਤੇ ਧਾਰਾ 330 ਇੰਡੀਅਨ ਪੀਨਲ ਕੋਡ ਦੀ ਤੇ ਧਾਰਾ 348, ਧਾਰਾ 330 ਇੰਡੀਅਨ ਪੀਨਲ ਕੋਡ ਦੀ ਉਹ ਹੁੰਦੀ ਆ ਜਦੋਂ ਕਿਸੇ ਨੂੰ ਮਾਰ ਕੁੱਟ ਕੇ ਉਸ ਤੋਂ ਕਨਫੈਸ਼ਨ ਕਢਾਈ ਜਾਵੇ, ਉਸ ਤੋਂ ਸਟੇਟਮੈਂਟ ਲਈ ਜਾਵੇ ਵੀ ਕਿ ਹਾਂ ਉਸਨੇ ਜੁਰਮ ਕੀਤਾ। ਧਾਰਾ 348 ਕਿਸੇ ਦੀ ਗਲਤ ਢੰਗ ਦੇ ਨਾਲ ਕਿਸੇ ਨੂੰ ਆਪਣੇ ਕਬਜ਼ੇ ਦੇ ਵਿੱਚ ਰੱਖਣਾ, ਗੈਰ ਕਾਨੂੰਨੀ ਢੰਗ ਨਾਲ ਰੱਖਣਾ, ਕਿਉਂਕਿ ਇਹ ਜਿਹੜੇ ਪੁਲਿਸ ਅਫਸਰ ਸੀ ਇਹ ਇਸ ਕੁੜੀ ਨੂੰ ਆਪਣੇ ਰਿਹਾਇਸ਼ੀ ਕੁਆਟਰਸ ਦੇ ਵਿੱਚ ਲੈ ਗਏ ਸੀ, ਉੱਥੇ ਜਾ ਕੇ ਇਸ ਨਾਲ ਇਹਨਾਂ ਨੇ ਕਰੰਟ ਲਾਇਆ ਜਾਂ ਇਸ ਨੂੰ ਇਸ ਤਰ੍ਹਾਂ ਮਾਰਿਆ ਕੁੱਟਿਆ ਬੁਰੀ ਤਰ੍ਹਾਂ। ਔਰ ਇਹਦੇ ਵਿੱਚ ਤੁਸੀਂ ਦੇਖੋ ਇੱਕ ਜੁਡੀਸ਼ੀਅਲ ਅਫਸਰ, ਜਿਹੜੀ ਸਬੋਰਡੀਨੇਟ ਜੁਡੀਸ਼ਰੀ ਆ ਜਾਂ ਲੋਅਰ ਜੁਡੀਸ਼ਰੀ ਆ, ਉਸ ਦੇ ਇੱਕ ਜੱਜ ਵੀ ਸ਼ਾਮਿਲ ਆ, ਕਿਉਂਕਿ ਇਹ ਸਾਰਾ ਕੁਝ ਤਾਂ ਹੋਇਆ ਸੀ ਕਿ ਇੱਕ ਜੱਜ ਦੇ ਘਰ ਚੋਰੀ ਹੋ ਗਈ ਸੀ। ਤੁਸੀਂ ਯਾਦ ਕਰੋ, ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਜੂਨੀਅਰ ਡਿਵੀਜ਼ਨ ਦੇ ਸਿਵਲ ਜੱਜ, ਮੈਂ ਚੰਦਨਾ ਭੱਟੀ ਦੀ ਗੱਲ ਕਰ ਰਿਹਾ, ਗੁਰਦਾਸਪੁਰ ਦੇ ਵਿੱਚ ਕਾਫੀ ਜੂਨੀਅਰ ਜੱਜ ਹੁੰਦੇ ਆ, ਇਹਨਾਂ ਦੇ ਘਰ ਚੋਰੀ ਹੋ ਗਈ ਸੀ। ਕਹਿੰਦੇ ਮੇਰਾ 22,000 ਰੁਪਇਆ ਨਗਦੀ ਚੁੱਕ ਲਿਆ ਸੀ, 22 ਤੋਲੇ ਸੋਨੇ ਚੱਕ ਲਿਆ ਸੀ। ਉਸ ਤੋਂ ਬਾਅਦ ਉੱਥੋਂ ਦੇ ਗੁਰਮੀਤ ਸਿੰਘ SHO ਸੀ, ਉਸ ਨੂੰ ਕਿਹਾ, ਔਰ ਗੁਰਮੀਤ ਸਿੰਘ SHO ਵੈਸੇ ਅੱਜ ਕੱਲ੍ਹ ਸਸਪੈਂਡਡ ਆ, ਉਹਨੂੰ ਬਾਅਦ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਸੀ, ਪਰ ਕਿਉਂਕਿ ਉਹ ਮਾਰ ਕੁੱਟ ਦੇ ਵਿੱਚ ਸ਼ਾਮਿਲ ਨਹੀਂ ਸੀ ਇਸ ਕਰਕੇ ਉਸ ਤੇ ਪਰਚਾ ਨਹੀਂ ਹੋਇਆ।
ਇਸੇ ਤਰ੍ਹਾਂ ਸਰਵਣ ਸਿੰਘ ਕੌਣ ਸੀ? ਇਸੇ ਜੱਜ ਦਾ, ਜੱਜ ਜਿਹੜੀ ਚੰਦਨਾ ਭੱਟੀ ਆ, ਇਹਦਾ ਬੋਡੀਗਾਰਡ ਸੀ ASI ਸਰਵਣ ਸਿੰਘ। ਇਹਨੇ ਵੀ ਮਾਰਿਆ ਕੁੱਟਿਆ ਸੀ, ਇਸ ਨੂੰ ਵੀ ਸਸਪੈਂਡ, ਪਰ ਇਸ ਤੇ ਪਰਚਾ ਕਿਉਂ ਨਹੀਂ ਹੋਇਆ? ਇਹਨੂੰ ਕਿਉਂ ਬਚਾ ਲਿਆ? ਔਰ ਸਾਰਿਆਂ ਨੂੰ ਆਪਾਂ ਨੂੰ ਪਤਾ ਕਿ ਕਿਸ ਤਰ੍ਹਾਂ ਇਸ ਜੱਜ ਨੇ ਇਸ ਗੁਰਮੀਤ ਸਿੰਘ SHO ਨੂੰ 15 ਤੋਂ 20 ਫੋਨ ਕੀਤੇ। ਉਸ ਤੋਂ ਬਾਅਦ ਜਿਹੜਾ IO ਸੀ ਉਹਨੂੰ ਵੀ ਬੁਲਾਇਆ, ਆਪਣੇ ਕੋਰਟ ਦੇ ਵਿੱਚ ਬੁਲਾਇਆ, ਇਸੇ SHO ਨੂੰ ਬੁਲਾਇਆ ਔਰ ਇਹਨਾਂ ਨੂੰ ਤਾਕੀਦ ਕੀਤੀ ਕਿ ਮੇਰੇ ਇਹ ਜਿਹੜਾ ਸਮਾਨ ਗਵਾਚਿਆ ਇਹਨੂੰ ਕਿਸੇ ਵੀ ਕਰਕੇ, ਕਿੱਦਾਂ ਵੀ ਕਰਕੇ, ਜੋ ਮਰਜ਼ੀ ਕਰੋ, ਇਹਦੀ ਰਿਕਵਰੀ ਕਰਾਓ। ਜਦੋਂ ਇਹ ਸਾਰਾ ਕੁਝ ਪ੍ਰੈਸ਼ਰ ਸੀ ਤੇ ਕੀ ਇਸ ਜੱਜ ਦੀ ਬਦਲੀ ਨਹੀਂ ਹੋਣੀ ਚਾਹੀਦੀ? ਹੋਮ ਅਫੇਅਰਸ ਐਂਡ ਜਸਟਿਸ ਡਿਪਾਰਟਮੈਂਟ ਇਹਦੇ ਅਧੀਨ ਇਹ ਮਹਿਕਮਾ ਆਉਂਦਾ, ਹੁਣ ਤੱਕ ਤਾਂ ਇਹਨਾਂ ਦੀ ਵੀ ਬਦਲੀ ਹੋਣੀ ਚਾਹੀਦੀ ਸੀ ਤਾਂ ਕਿ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਕੋਈ ਸਬਕ ਮਿਲੇ। ਦੂਸਰੀ ਗੱਲ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਕਿ ਦਰਅਸਲ ਜਿਹੜਾ ਪੰਜਾਬ ਵਿਜੀਲੈਂਸ ਬਿਊਰੋ ਆ, ਉਹਨਾਂ ਨੇ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਢਿੱਲ ਦਿੱਤੀ ਹੋਈ ਆ। ਜੇ ਕਿਸੇ IS ਅਫਸਰਾਂ ਦਾ ਨਾਂ ਵੀ ਆ ਜੇ FIR ਦੇ ਵਿੱਚ, ਤੁਸੀਂ ਦੇਖੋ ਪੰਜਾਬ ਦੇ ਜਿਹੜੇ IS ਅਫਸਰ ਨੇ ਇਸ ਟਾਈਮ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ, ਉਹਨਾਂ ਦੀ ਪਤਨੀ ਦਾ, ਇਸੇ ਤਰ੍ਹਾਂ ਐਕਸਾਈਜ਼ ਕਮਿਸ਼ਨਰ ਨੇ ਜਿਨ੍ਹਾਂ ਦਾ ਨਾਮ ਵਰੁਣ ਰੂਜਮ ਆ, ਉਹਨਾਂ ਦੇ ਪਤਨੀ ਦਾ ਨਾਮ ਆਇਆ ਹੋਇਆ। ਜਿਹੜਾ ਅਮਰੂਦਾਂ ਦੀ ਆਪਾਂ ਗੱਲ ਕਰਦੇ ਹਾਂ, ਜਾਲੀ ਅਮਰੂਦਾਂ ਦੇ ਬਾਗ ਦਿਖਾਤੇ ਇਹਨਾਂ ਨੇ ਮੁਆਵਜ਼ੇ ਲਏ ਹੋਏ ਆ। ਨੀਲਮਾ ਜਿਹੜੀ IS ਅਫਸਰ ਆ, ਉਹਦਾ ਨਾਮ ਆਇਆ ਹੋਇਆ, ਪਰ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ। ਇਸੇ ਕਰਕੇ ਇਹ ਜਿਹੜੇ IS ਅਫਸਰ ਨੇ ਇਹਨਾਂ ਦੇ ਹੌਸਲੇ ਵੱਧਦੇ ਨੇ। ਇਹ ਕਹਿੰਦੇ ਸਾਨੂੰ ਤਾਂ ਕੋਈ ਹੱਥ ਲਾ ਨਹੀਂ ਸਕਦਾ, ਚਾਹੇ ਸਾਡਾ ਨਾਂ FIR 'ਚ ਆ ਜੇ, ਚਾਹੇ ਸਾਡੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਕੇਸ ਦਰਜ ਹੋ ਜੇ, ਸਾਨੂੰ ਨਹੀਂ, ਸਾਡੇ ਤੇ ਕੋਈ ਕਾਰਵਾਈ ਨਹੀਂ ਹੋ ਸਕਦਾ। ਇਸੇ ਤਰ੍ਹਾਂ DIG ਇੰਦਰਬੀਰ ਸਿੰਘ ਲਾ ਲਓ, ਨਾ ਉਹਨਾਂ ਤੇ ਕੋਈ ਕਾਰਵਾਈ ਹੋਣੀ ਆ। ਇਸੇ ਤਰ੍ਹਾਂ IG PK ਯਾਦਵ ਫਰੀਦਕੋਟ ਦੇ ਵਿੱਚ ਸੀ, ਹੁਣ ਤਾਂ ਉਹਨਾਂ ਦੀ ਬਦਲੀ ਹੋ ਗਈ, ਪਰ ਕਾਰਵਾਈ ਕੀ ਹੋਈ? ਕਿ ਬਦਲੀ ਕਰਨਾ ਹੀ ਕੇਵਲ ਤੇ ਕੇਵਲ ਇੱਕ ਪਨਿਸ਼ਮੈਂਟ ਆ, ਕੇਵਲ ਇੱਕ ਸਜ਼ਾ। ਜਿੰਨੀ ਦੇਰ ਤੱਕ ਤੁਸੀਂ ਇਹਨਾਂ ਦੇ ਖਿਲਾਫ ਸਖਤ ਫੈਸਲੇ ਨਹੀਂ ਲਾਓਗੇ, ਉਨੀ ਦੇਰ ਤੱਕ ਇਹਨਾਂ ਤੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਆਉਣਾ। ਦਰਅਸਲ ਤੁਸੀਂ ਜਿੰਨੀ ਦੇਰ ਤੱਕ DOPT, ਇਹ ਜਿਹੜਾ ਡਿਪਾਰਟਮੈਂਟ ਆਫ ਪਰਸੋਨਲ ਟ੍ਰੇਨਿੰਗ ਆ, ਇਹਨਾਂ ਨੂੰ ਨਹੀਂ ਲਿਖਦੇ, ਇਹਨਾਂ ਦੇ ਖਿਲਾਫ ਚਾਰਜ ਸ਼ੀਟ ਨਹੀਂ ਫਾਈਲ ਕਰਦੇ, ਇਹਨਾਂ ਦੀਆਂ ਇੰਕਰੀਮੈਂਟਸ ਨਹੀਂ ਰੋਕਦੇ, ਜਾਂ ਇਹਨਾਂ ਦੇ ਖਿਲਾਫ ਇਹਨਾਂ ਦੀਆਂ ਜਿਹੜੀ ACRs ਆ ਉਹਨਾਂ ਨੂੰ ਕਿਸੇ ਤਰ੍ਹਾਂ ਤੁਸੀਂ ਉਹਦੇ ਵਿੱਚ ਨਹੀਂ ਦਰਜ ਕਰਦੇ ਕਿ ਜੋ ਇਹਨਾਂ ਨੇ ਕਾਰਨਾਮੇ ਕੀਤੇ ਆ, ਇਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਅਸਰ ਨਹੀਂ ਹੈ। ਜਿੰਨੀ ਦੇਰ ਤੱਕ ਇਹਨਾਂ ਨੂੰ ਚੰਗੀ ਤਰ੍ਹਾਂ ਪਨਿਸ਼ ਨਹੀਂ ਕਰੋਗੇ ਜਾਂ ਇਹਨਾਂ ਨੂੰ ਸਜ਼ਾਵਾਂ ਨਹੀਂ ਦਿਓਗੇ, ਉਨੀ ਦੇਰ ਤੱਕ ਇਹਨਾਂ ਦੀ ਸਿਹਤ ਤੇ, ਕਿਉਂਕਿ ਆਪਣੇ ਆਪ ਦੇ ਵਿੱਚ ਇਹ ਕਿੰਨੇ ਸਟਰੋਂਗ ਹੋ ਗਏ ਨੇ। ਇਹ ਗੱਲ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਕਨਵੇ ਵੀ ਕੀਤੀ ਇਸ ਸਰਕਾਰ ਨੂੰ ਕਿ ਸਾਡਾ ਤਾਂ ਬਹੁਤ ਵੱਡਾ ਗਰੁੱਪ ਆ। ਖੈਰ ਅੱਗੇ ਆਉਂਦੇ ਆ। ਮੈਂ ਤੁਹਾਨੂੰ ਦਿੱਲੀ ਹਾਈ ਕੋਰਟ ਦੀ ਵੀ ਗੱਲ ਦੱਸ ਰਿਹਾ ਸੀ। ਦਿੱਲੀ ਹਾਈ ਕੋਰਟ ਦੇ ਜੱਜ ਨੇ ਗੌਰੰਗ ਕੰਠ ਦਿੱਲੀ ਹਾਈ ਕੋਰਟ ਦੇ ਜੱਜ ਨੇ, ਇਹਨਾਂ ਨੇ 12 ਜੂਨ ਨੂੰ ਇੱਕ ਚਿੱਠੀ ਲਿਖੀ। ਤੁਸੀਂ ਜੱਜਾਂ ਦਾ ਸੁਭਾਅ ਦੇਖੋ, ਆਪਾਂ ਜਦੋਂ ਦਿੱਲੀ ਹਾਈ ਕੋਰਟ ਹੋਵੇ ਜਾਂ ਕਿਸੇ ਵੀ ਹਾਈ ਕੋਰਟ ਦੇ ਜਦੋਂ ਜੱਜਿਸ ਦਾ ਜਾਂ ਜਸਟਿਸਿਸ ਦੀ ਗੱਲ ਕਰਦੇ ਆ ਤਾਂ ਇੱਦਾਂ ਲੱਗਦਾ ਵੀ ਪਤਾ ਨਹੀਂ ਇਹ ਕਿੰਨਾ ਜਿਹੜਾ ਇਨਸਾਫ ਦੇਣਗੇ, ਇੱਕ ਇਹਨਾਂ ਦਾ ਜਿਹੜਾ ਆਚਰਣ ਹੋਏਗਾ, ਆਮ ਜ਼ਿੰਦਗੀ ਦੇ ਵਿੱਚ ਬਿਹੇਵੀਅਰ ਹੋਏਗਾ, ਉਹ ਕਿੰਨਾ ਕੁ ਵਧੀਆ ਹੋਏਗਾ। ਦਿੱਲੀ ਹਾਈ ਕੋਰਟ ਦੇ ਜਸਟਿਸ ਗੌਰੰਗ ਕੰਠ ਨੇ, ਇਹਨਾਂ ਨੇ 12 ਜੂਨ ਨੂੰ ਜੁਆਇੰਟ ਕਮਿਸ਼ਨਰ ਪੁਲਿਸ ਨੂੰ, ਦਿੱਲੀ ਪੁਲਿਸ ਨੂੰ, ਮੰਗੇਸ਼ ਕਸ਼ਪ ਉਹਨਾਂ ਦਾ ਨਾਂ, ਸਿਕਿਉਰਿਟੀ ਦੇ ਨੇ, ਉਹ ਸਿਕਿਉਰਿਟੀ ਵਿੰਗ 'ਚ ਨੇ, ਉਹਨਾਂ ਨੂੰ ਇੱਕ ਚਿੱਠੀ ਲਿਖਦੇ ਆ। ਕਹਿੰਦੇ ਮੈਨੂੰ ਬੜੀ ਪੀੜਾ ਦੇ ਨਾਲ ਇਹ ਚਿੱਠੀ ਲਿਖਣੀ ਪਈ ਆ। ਦਰਅਸਲ ਮੈਨੂੰ ਲੱਗਦਾ ਸੀ ਕਿ ਜਿਹੜੇ ਤੁਹਾਡਾ ਸਟਾਫ ਆ, ਜਿਹੜੀ ਮੇਰੇ ਬੰਗਲੇ ਦੀ, ਮੇਰੇ ਘਰ ਦੀ ਰੱਖਿਆ ਕਰ ਰਿਹਾ, ਪੁਲਿਸ ਰੱਖਿਆ ਕਰਦੀ ਹੈ, ਸਿਕਿਉਰਿਟੀ ਦਿੰਦੀ ਆ, ਕਹਿੰਦੇ ਉਹਨਾਂ ਨੇ ਆਪਣੀ ਡਿਊਟੀ ਠੀਕ ਢੰਗ ਨਾਲ ਨਹੀਂ ਨਿਭਾਈ, ਕਿਉਂਕਿ ਮੇਰਾ ਇੱਕ ਕੁੱਤਾ ਸੀ, ਕੁੱਤਾ ਗਵਾਚ ਗਿਆ, ਅੱਜ ਤੱਕ ਲੱਭਿਆ ਨਹੀਂ। ਤੇ ਜਿਹੜੇ ਅਫਸਰਾਂ ਨੇ ਕੁਤਾਹੀ ਕੀਤੀ ਆ ਜਾਂ ਆਪਣੀ ਡਿਊਟੀ ਚੰਗੀ ਤਰ੍ਹਾਂ ਨਹੀਂ ਨਿਭਾਈ, ਹਦਾਇਤਾਂ ਜਾਰੀ ਕਰਕੇ ਇਹਨਾਂ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਜਾਵੇ, ਇਹਨਾਂ ਦੀ ਐਕਸਪਲੇਨੇਸ਼ਨ ਮੰਗੀ ਜਾਵੇ, ਨਹੀਂ ਤਾਂ ਫਿਰ 3 ਦਿਨਾਂ ਦੇ ਵਿੱਚ ਇਹਦਾ ਜਵਾਬ ਮੈਨੂੰ ਮਿਲਣਾ ਚਾਹੀਦਾ। ਤੁਹਾਡੀ ਇਸ ਲਾਪਰਵਾਹੀ ਨੂੰ ਬਖਸ਼ਿਆ ਨਹੀਂ ਜਾਊਗਾ। ਇੰਨੀ ਸਖਤ ਚਿੱਠੀ ਲਿਖਦੇ ਨੇ। ਕਹਿੰਦੇ ਕੱਲੇ ਕੁੱਤੇ ਦੀ ਨਹੀਂ, ਸਾਡੇ ਸਾਰੇ ਪਰਿਵਾਰ ਦੀ ਸੁਰੱਖਿਆ ਖਤਰੇ 'ਚ ਆ। ਕਹਿੰਦੇ ਮੈਨੂੰ ਬੜਾ ਡਰ ਲੱਗਾ ਹੋਇਆ, ਕੁੱਤਾ ਗਵਾਚ ਗਿਆ, ਕੱਲ ਨੂੰ ਸਾਡੇ ਤੇ ਹਮਲਾ ਹੋ ਜਾਊਗਾ। ਇਹ ਸਾਰੀਆਂ ਚੀਜ਼ਾਂ ਇਸ ਚਿੱਠੀ ਦੇ ਵਿੱਚ ਲਿਖਦੇ ਨੇ। ਔਰ ਇਸ ਦੀ ਕਾਪੀ ਹੈ ਜਿਹੜੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਐਕਸ਼ਨ ਟੇਕਨ ਰਿਪੋਰਟ ਕਹਿੰਦੇ 3 ਦਿਨਾਂ ਦੇ ਅੰਦਰ ਮੈਨੂੰ ਦਿਓ। ਔਰ ਇਸ ਦੀ ਜਿਹੜੀ ਕਾਪੀ ਆ ਉਹ DG ਜਿਹੜੇ ਡਾਇਰੈਕਟਰ ਜਨਰਲ CRPF ਦੇ ਆ, ਸੰਜੋਏ ਥਾਉਸਨ ਨੂੰ ਵੀ ਭੇਜ ਦਿੰਦੇ ਆ। ਤੇ ਇਸੇ ਤਰ੍ਹਾਂ IG ਦਿੱਲੀ CRPF ਦੇ, IG CRPF ਦੇ ਜਿਨ੍ਹਾਂ ਦਾ ਨਾਮ ਰਾਜੇਸ਼ ਕੁਮਾਰ ਆ, ਉਹਨਾਂ ਨੂੰ ਵੀ ਭੇਜ ਦਿੰਦੇ ਆ। ਕਹਿੰਦੇ ਐਕਸ਼ਨ ਲੈ ਕੇ ਮੈਨੂੰ ਦੱਸੋ।
ਚੀਫ ਜਸਟਿਸ ਆਫ ਇੰਡੀਆ ਡੀ.ਵਾਈ ਚੰਦਰਚੂੜ ਦੇ ਧਿਆਨ ਦੇ ਵਿੱਚ ਇਹ ਗੱਲ ਆ ਜਾਂਦੀ ਹੈ, ਤੁਸੀਂ ਦੇਖੋ, ਤੇ ਉਹ ਇਸ ਗੱਲ ਦਾ ਪੂਰੀ ਤਰ੍ਹਾਂ ਨੋਟਿਸ ਲੈਂਦੇ ਨੇ। ਤੇ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਆਫ ਇੰਡੀਆ ਤੋਂ ਇੱਕ ਹੁਕਮ ਆਉਂਦਾ ਇਸੇ 15 ਜੁਲਾਈ ਨੂੰ, ਯਾਨੀ ਕਿ ਬੀਤੇ ਸ਼ਨੀਚਰਵਾਰ ਨੂੰ, ਇਸ ਜੱਜ ਦੀ ਕਲਕੱਤਾ ਹਾਈ ਕੋਰਟ ਦੇ ਵਿੱਚ ਬਦਲੀ ਕਰ ਦਿੱਤੀ ਜਾਂਦੀ ਹੈ ਇਸ ਬਿਹੇਵੀਅਰ ਦੇ ਲਈ। ਕਹਿਣ ਦਾ ਭਾਵ ਆ ਕਿ ਜੇ ਉੱਤੇ ਪਤਾ ਲੱਗੇਗਾ, ਔਰ ਇਸ ਟਾਈਮ ਜਿਹੜੇ ਚੀਫ ਜਸਟਿਸ ਆਫ ਇੰਡੀਆ ਨੇ ਡੀ.ਵਾਈ ਚੰਦਰਚੂੜ, ਉਹ ਕਿਸੇ ਦੀ ਨਹੀਂ ਸੁਣ ਰਹੇ, ਉਹ ਕੇਵਲ ਤੇ ਕੇਵਲ ਸੰਵਿਧਾਨ ਦੀ ਸੁਣਦੇ ਨੇ। ਉਸ ਤੋਂ ਬਾਅਦ ਅਗਲਾ ਇੰਸੀਡੈਂਟ ਵੀ ਆ ਜਾਓ। ਇਹ ਇੰਸੀਡੈਂਟ ਉਹ ਆ ਇਲਾਹਾਬਾਦ ਹਾਈ ਕੋਰਟ ਦੇ ਜੱਜ ਜਿਹੜਾ ਮੈਂ ਤੁਹਾਨੂੰ ਪਹਿਲੇ ਦਿਨ ਸੁਣਾਇਆ ਸੀ, ਜਦੋਂ ਜਸਟਿਸ ਗੌਤਮ ਚੌਧਰੀ 8 ਜੁਲਾਈ ਨੂੰ ਆਪਣੀ ਪਤਨੀ ਦੇ ਨਾਲ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਸੀ ਤੇ ਇਹਨਾਂ ਨੂੰ ਖਾਣਾ ਨਹੀਂ ਮਿਲਿਆ, ਉੱਥੇ ਰਿਫਰੈਸ਼ਮੈਂਟਸ ਨਹੀਂ ਮਿਲਿਆ। ਪੂਰੇ ਦਾ ਪੂਰਾ ਰੇਲਵੇ ਦਾ ਮਹਿਕਮਾ ਤਲਬ ਕਰ ਲਿਆ, ਪੈਂਟਰੀ ਵਾਲੇ ਤਲਬ ਕਰ ਲਏ। ਇਸੇ ਤਰ੍ਹਾਂ ਉੱਥੋਂ ਦੀ ਜਿਹੜੀ ਗਵਰਨਮੈਂਟ ਰੇਲਵੇ ਪੁਲਿਸ ਹੁੰਦੀ ਹੈ GRP, ਉਸ ਨੂੰ ਤਲਬ ਕਰ ਲਿਆ। ਇੱਥੋਂ ਤੱਕ ਕਿ ਜਿਹੜੇ ਟਰੈਵਲਿੰਗ ਟਿਕਟ ਐਗਜ਼ਾਮੀਨਰ ਆ, ਜਿਨ੍ਹਾਂ ਨੂੰ ਅਸੀਂ TTE ਕਹਿ ਦਿੰਦੇ ਆ, ਉਸ ਨੂੰ ਤਲਬ ਕਰ ਕੇ ਸਾਰੇ ਮਹਿਕਮੇ ਨੂੰ ਤਲਬ ਕਰ ਲਿਆ ਔਰ ਕਹਿੰਦੇ ਇਹਨਾਂ ਦੇ ਖਿਲਾਫ ਐਕਸ਼ਨ ਲਓ, ਇਹਨਾਂ ਨੇ ਮੇਰਾ ਫੋਨ ਤੱਕ ਨਹੀਂ ਚੁੱਕਿਆ। ਇਸ ਗੱਲ ਦਾ ਜਦੋਂ ਚੀਫ ਜਸਟਿਸ ਆਫ ਇੰਡੀਆ ਨੂੰ ਪਤਾ ਲੱਗਾ, ਉਹਨਾਂ ਨੇ ਸਾਰੇ ਭਾਰਤ ਦੇ ਜਿੰਨੇ ਹਾਈ ਕੋਰਟਸ ਨੇ ਉਹਨਾਂ ਦੇ ਚੀਫ ਜਸਟਿਸਿਸ ਨੂੰ ਸਾਰਿਆਂ ਨੂੰ ਲਿਖਿਆ ਕਿ ਇਸ ਤਰ੍ਹਾਂ ਦੀ ਸ਼ਿਕਾਇਤ ਦੁਬਾਰਾ ਨਹੀਂ ਆਉਣੀ ਚਾਹੀਦੀ। ਕਹਿੰਦੇ ਸਾਨੂੰ ਕੁਝ ਪ੍ਰਿਵਿਲੇਜਸ ਮਿਲੀਆਂ ਨੇ ਬਾਕੀ ਸੁਸਾਇਟੀ ਤੋਂ, ਬਾਕੀ ਸਮਾਜ ਤੋਂ ਵੱਖਰੀਆਂ, ਤਾਂ ਕਿ ਅਸੀਂ ਲੋਕਾਂ ਦੀ ਸੇਵਾ ਕਰ ਸਕੇ। ਉਹ ਜਿਹੜੀ ਮੈਨੀਫੈਸਟੇਸ਼ਨ ਆ, ਜਿਹੜੀਆਂ ਉਹ ਸਾਨੂੰ ਮਿਲੀਆਂ, ਸਹੂਲਤਾਂ ਮਿਲੀਆਂ, ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਦਾ ਦੁਰਉਪਯੋਗ ਕਰੀਏ। ਕਹਿੰਦੇ ਅੱਜ ਤੋਂ ਬਾਅਦ ਇਸ ਕਰਕੇ ਉਹਨਾਂ ਨੇ ਇਸ ਇਨਸੀਡੈਂਟ ਨੂੰ ਵੀ ਇਹਦਾ ਨੋਟਿਸ ਲਿਆ। ਸੋ ਕਹਿਣ ਦਾ ਭਾਵ ਆ ਕਿ ਜੇ ਤੁਸੀਂ ਇਹ ਦੱਸੋਗੇ, ਉੱਚ ਅਧਿਕਾਰੀਆਂ ਦੇ ਜੇ ਧਿਆਨ ਚ ਆਊਗਾ, ਤੇ ਜੇ ਕੋਈ ਚੰਗਾ ਅਫਸਰ ਹੋਏਗਾ ਜਾਂ ਚੰਗਾ ਜਿਵੇਂ ਚੀਫ ਜਸਟਿਸ ਆਫ ਇੰਡੀਆ, ਤੇ ਉਹ ਜ਼ਰੂਰ ਐਕਸ਼ਨ ਲਏਗਾ। ਇੱਕ ਚੀਜ਼ ਮੈਂ ਤੁਹਾਨੂੰ ਹੋਰ ਦੱਸ ਦਿੰਦਾ, ਤੁਹਾਨੂੰ ਯਾਦ ਹੋਣਾ ਪਿਛਲੇ ਮਈ ਦੇ ਮਹੀਨੇ, ਯਾਨੀ ਕਿ ਮਈ ਸਨ 2022 ਦੇ ਵਿੱਚ 2 IAS ਅਫਸਰ ਸੀ। ਇਹ ਦੋਨੇ 1994 ਬੈਚ ਦੇ ਸੀ, ਮੀਆਂ ਬੀਵੀ ਸੀ, ਦੋਨੇ ਹਸਬੈਂਡ ਵਾਈਫ ਸੀ। ਇੱਕ ਸੀ ਸੰਜੀਵ ਖਰਵਾੜ ਤੇ ਦੂਸਰੀ ਇਹਨਾਂ ਦੀ ਪਤਨੀ ਸੀ ਰਿੰਕੂ ਦੁੱਗਾ। ਇਹ ਥਿਆਗਰਾਜ ਸਟੇਡੀਅਮ ਦਿੱਲੀ ਦੇ ਵਿੱਚ ਆਪਣਾ ਕੁੱਤਾ ਘੁਮਾਉਣ ਜਾਂਦੇ ਸੀ ਦੋਨੇ IAS ਅਫਸਰ, ਔਰ 7 ਵਜੇ ਸ਼ਾਮ ਨੂੰ ਕਹਿੰਦੇ ਸੀ ਜਿਹੜੇ ਖਿਡਾਰੀ ਉੱਥੇ ਪ੍ਰੈਕਟਿਸ ਕਰਦੇ ਆ, ਕਹਿੰਦੇ ਤੁਸੀਂ ਸਾਰੇ ਤੇ ਸਾਰੇ ਬਾਹਰ ਜਾਓ। 2 IAS ਅਫਸਰਾਂ ਨੇ ਸਟੇਡੀਅਮ ਦੇ ਵਿੱਚ ਸੈਰ ਕਰਨੀ ਆ, ਤੇ ਜਦੋਂ ਉਹ ਸੈਰ ਕਰਨਗੇ ਉਹਨਾਂ ਦੇ ਨਾਲ ਉਹਨਾਂ ਦਾ ਕੁੱਤਾ ਵੀ ਹੋਊਗਾ। ਇਸ ਚੀਜ਼ ਦਾ ਜਦੋਂ ਪਤਾ ਲੱਗਾ, ਤੇ ਤੁਸੀਂ ਦੇਖੋ ਇਸ ਹਸਬੈਂਡ ਨੂੰ ਮਿਨਿਸਟਰੀ ਆਫ ਹੋਮ ਅਫੇਅਰਸ ਨੂੰ ਪਤਾ ਲੱਗਾ। ਉਹਨਾਂ ਨੇ ਜਦੋਂ ਇਹਦੀ ਸ਼ਿਕਾਇਤ ਗਈ, ਤੇ ਸੰਜੀਵ ਕੁਮਾਰ ਜਿਹੜੇ ਸੰਜੀਵ ਖਰਵਾੜ ਨੇ 1994 ਬੈਚ ਦੇ IAS ਅਫਸਰ, ਇਹਨਾਂ ਨੂੰ ਲਦਾਖ ਬਦਲੀ ਕਰਤਾ। 26 ਮਈ ਨੂੰ ਇਹ ਬਦਲੀ ਹੋਈ ਸੀ। ਤੇ ਇਹਨਾਂ ਦੀ ਜਿਹੜੀ ਪਤਨੀ ਸੀ ਰਿੰਕੂ ਦੁੱਗਾ, ਇਹ ਵੀ IAS ਸੀ, ਇਸ ਨੂੰ ਅਰੁਣਾਚਲ ਪ੍ਰਦੇਸ਼ ਬਦਲੀ ਕਰਤਾ। ਤੇ ਬਾਅਦ ਦੇ ਵਿੱਚ ਲੋਕਾਂ ਨੇ ਇਹਨਾਂ ਦਾ ਬੜਾ ਮਜ਼ਾਕ ਉਡਾਇਆ, ਕਹਿੰਦੇ ਇਹਨਾਂ ਦੋਨਾਂ ਦੀ ਬਦਲੀ ਤਾਂ ਹੋ ਗਈ, ਕੁੱਤਾ ਕਿਹਦੇ ਕੋਲ ਰਹੂਗਾ, ਹੁਣ ਕੁੱਤੇ ਨੂੰ ਕੌਣ ਘੁਮਾਊਗਾ। ਇਹ ਵੀ ਗੱਲ ਬੜਾ ਮਜ਼ਾਕ ਉਡਾਇਆ ਗਿਆ। ਕਹਿਣ ਦਾ ਭਾਵ ਆ, ਮੈਂ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਜਿਹੜੇ IAS ਅਫਸਰ ਹੋਣ, ਚਾਹੇ ਇਹ ਜੱਜਿਸ ਹੋਣ, ਚਾਹੇ ਲੋਅਰ ਜੁਡੀਸ਼ਰੀ ਦੇ ਆ, ਸਬੋਰਡੀਨੇਟ ਜੁਡੀਸ਼ਰੀ ਦੇ ਆ, ਜਾਂ ਈਵਨ ਕਿ ਹਾਈ ਕੋਰਟ ਦੇ ਜੱਜਿਸ ਆ, ਕੋਈ ਵੀ ਆ, ਇਹ ਸਾਰੇ ਪਬਲਿਕ ਸਰਵਿਸ ਲਈ ਬਣੇ ਆ। ਇਹਨਾਂ ਤੋਂ ਕਿਸੇ ਤਰ੍ਹਾਂ ਦੀ ਕੋਈ ਡਰਨ ਦੀ ਲੋੜ ਨਹੀਂ, ਇਹਨਾਂ ਦੀ ਈਨ ਮੰਨਣ ਦੀ ਲੋੜ ਨਹੀਂ। ਇਹ ਲੋਕਾਂ ਲਈ ਬਣੇ ਆ। ਜੇ ਅਸੀਂ ਹੈਗੇ ਆ ਤਾਂ ਇਹ ਲੋਕ ਹੈਗੇ ਆ, ਜੇ ਅਸੀਂ ਨਹੀਂ ਤਾਂ ਇਹਨਾਂ ਦਾ ਕੋਈ ਮਤਲਬ ਨਹੀਂ। ਇਹਨਾਂ ਦੇ ਖਿਲਾਫ ਸ਼ਿਕਾਇਤ ਕਰਿਆ ਕਰੋ। ਜੇ ਇਹ ਤੁਹਾਡੀ ਗੱਲ ਨਹੀਂ ਸੁਣਦੇ, ਤੁਹਾਨੂੰ ਬਿਠਾਈ ਰੱਖਦੇ ਨੇ ਜਾਂ ਰਿਸ਼ਵਤਾਂ ਮੰਗਦੇ ਨੇ ਜਾਂ ਜਾਣ ਬੁੱਝ ਕੇ ਤੰਗ ਕਰਦੇ ਨੇ, ਜਿੰਨੀ ਦੇਰ ਤੱਕ ਇਹ ਚੀਜ਼ਾਂ ਧਿਆਨ 'ਚ ਨਹੀਂ ਆਉਣਗੀਆਂ ਤੇ ਉਨੀ ਦੇਰ ਤੱਕ ਇਹਨਾਂ ਦੇ ਖਿਲਾਫ ਐਕਸ਼ਨ ਨਹੀਂ ਹੋਊਗਾ। ਅਕਸਰ ਅਸੀਂ ਇਹ ਸੋਚਦੇ ਹਾਂ ਕਿ ਇਹਨਾਂ ਦੇ ਖਿਲਾਫ ਐਕਸ਼ਨ ਨਾ ਲਓ, ਐਵੇਂ ਇਹਨਾਂ ਦੀ ਨੌਕਰੀ, ਪਰ ਤੁਸੀਂ ਦੇਖੋ ਇਹ ਲੋਕਾਂ ਦੀ ਸੇਵਾ ਹੀ ਕਰਨੀ ਭੁੱਲ ਗਏ ਆ। ਸੋ ਇਸ ਕਰਕੇ ਇਹ ਸਾਰਿਆਂ ਨੂੰ ਇੱਕ ਤਰ੍ਹਾਂ ਦੀ, ਤੁਹਾਨੂੰ ਵੀ ਮੈਨੂੰ ਲੱਗਦਾ, ਜਾਗਣ ਦੀ ਲੋੜ ਆ। ਜੇ ਅਸੀਂ ਚਾਹੁੰਦੇ ਹਾਂ ਕਿ ਸਮਾਜ ਦੇ ਵਿੱਚ ਸਹੀ ਤਬਦੀਲੀ ਹੋਵੇ, ਤੇ ਸਾਨੂੰ ਇਹਨਾਂ ਦੇ ਖਿਲਾਫ ਕੋਈ ਹੋਵੇ, ਚਾਹੇ ਡਿਪਟੀ ਕਮਿਸ਼ਨਰ, SSP, ਕਮਿਸ਼ਨਰਸ, IAS ਆਫਿਸਰਸ, ਪ੍ਰਿੰਸੀਪਲ ਸੈਕਟਰੀਜ਼, ਚਾਹੇ ਚੀਫ ਸੈਕਟਰੀ, DGP, ਜ਼ਰੂਰ ਇਹਨਾਂ ਦੇ ਖਿਲਾਫ ਸ਼ਿਕਾਇਤ ਕਰੋ ਜੇ ਇਸ ਲੋਕਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਵਧੀਕੀ ਕਰਦੇ ਨੇ, ਜ਼ਿਆਦਤੀ ਕਰਦੇ ਨੇ। ਮਦਰਾਸ ਹਾਈ ਕੋਰਟ ਦਾ ਇੱਕ ਫੈਸਲਾ ਆਇਆ, ਬਲਕਿ ਜਿਸ ਤਰ੍ਹਾਂ ਦੇ ਉਹਨਾਂ ਨੇ ਕਮੈਂਟਸ ਕੀਤੇ ਨੇ, ਉਹ ਆਪਣੇ ਆਪ ਦੇ ਵਿੱਚ ਵਾਕਿਆ ਸਾਡੇ ਸਾਰਿਆਂ ਲਈ ਇੱਕ ਤਰ੍ਹਾਂ ਦੀ ਨਾਜ਼ੀਰ ਬਣਦੇ ਨੇ, ਉਦਾਹਰਨ ਬਣਦੇ ਨੇ। ਤਮਿਲਨਾਡੂ ਦੇ ਵਿੱਚ ਇੱਕ ਸ਼ਹਿਰ ਆ ਮਾਇਲਾਤੁਥੁਰਾਈ, ਨਾ
ਹੋ ਸਕਦਾ ਤੁਸੀਂ ਬਹੁਤ ਜ਼ਿਆਦਾ ਫੈਮਿਲੀਅਰ ਨਾ ਹੋਵੋ, ਲੇਕਿਨ ਉੱਥੇ ਇੱਕ ਮੰਦਿਰ ਆ, ਉੱਥੋਂ ਉਸ ਮੰਦਿਰ ਨੇ ਇੱਕ ਸਮਾਗਮ ਕਰਨਾ ਸੀ। ਸਮਾਗਮ ਕਰਨਾ ਸੀ ਕਿਉਂਕਿ ਉੱਥੇ ਦੋ ਗਰੁੱਪ ਨੇ, ਦੋ ਵੱਖਰੀਆਂ ਵੱਖਰੀਆਂ ਜਥੇਬੰਦੀਆਂ ਨੇ, ਆਪਸ ਦੇ ਵਿੱਚ ਲੜਦੇ ਨੇ। ਤੇ ਹੁਣ ਇੱਕ ਜਥੇਬੰਦੀ ਕੋਰਟ ਦੇ ਵਿੱਚ ਚਲੀ ਜਾਂਦੀ ਹੈ, ਮਦਰਾਸ ਹਾਈ ਕੋਰਟ ਦੇ ਵਿੱਚ ਜਾ ਕੇ ਕਹਿੰਦੀ ਹੈ ਕਿ ਸਾਨੂੰ ਪੁਲਿਸ ਦੀ ਪ੍ਰੋਟੈਕਸ਼ਨ ਦਿੱਤੀ ਜਾਵੇ, ਸਾਨੂੰ ਪੁਲਿਸ ਸੁਰੱਖਿਆ ਪ੍ਰਦਾਨ ਕੀਤੀ ਜਾਵੇ, ਕਿਉਂਕਿ ਸਾਨੂੰ ਦੂਸਰੇ ਗਰੁੱਪ ਤੋਂ ਖਤਰਾ ਇਸ ਕਰਕੇ ਆ, ਕਹਿੰਦੇ ਅਸੀਂ ਆਪਣੀ ਮੂਰਤੀ ਸਥਾਪਿਤ ਕੀਤੀ ਹੋਈ ਆ, ਉਹ ਆਪਣੀ ਮੂਰਤੀ ਸਥਾਪਿਤ ਕਰਨਾ ਚਾਹੁੰਦੇ ਨੇ, ਇਸ ਗੱਲ ਦਾ ਆਪਸ ਦੇ ਵਿੱਚ ਝਗੜਾ, ਇਸ ਕਰਕੇ ਸਾਨੂੰ ਸੁਰੱਖਿਆ ਪ੍ਰਦਾਨ ਕਰੋ ਤਾਂ ਕਿ ਸਾਡਾ ਜਿਹੜਾ ਸਮਾਗਮ ਆ, ਸਾਡਾ ਸਮਾਰੋਹ ਆ, ਇਹ ਠੀਕ ਢੰਗ ਨਾਲ ਹੋ ਸਕੇ, ਕਿਸੇ ਤਰ੍ਹਾਂ ਦਾ ਕੋਈ ਵਿਘਨ ਨਾ ਆਵੇ, ਕਿਸੇ ਤਰ੍ਹਾਂ ਦੀ ਕੋਈ ਹਿੰਸਾ ਨਾ ਆਵੇ। ਮਦਰਾਸ ਹਾਈ ਕੋਰਟ ਦੇ ਜੱਜ ਨੇ ਜਸਟਿਸ ਐਨ ਆਨੰਦ ਵੈਂਕਟੇਸ਼ ਕਹਿੰਦੇ ਕਿ ਜੇ ਤੁਸੀਂ ਮੰਦਿਰਾਂ ਦੇ ਵਿੱਚ ਜਾ ਕੇ ਇੱਕ ਦੂਸਰੇ ਨਾਲ ਝਗੜਾ ਹੀ ਕਰਨਾ, ਹਿੰਸਾ ਕਰਨੀ ਆ, ਮਤਭੇਦ ਕਰਨੇ ਆ, ਡਿਸਕ੍ਰਿਮੀਨੇਸ਼ਨ ਕਰਨੀ ਆ, ਤੇ ਫਿਰ ਇਸ ਤਰ੍ਹਾਂ ਦੇ ਸਮਾਗਮ ਦੀ ਲੋੜ ਹੀ ਕੀ ਆ, ਮੰਦਿਰਾਂ ਨੂੰ ਬੰਦ ਹੀ ਕਰ ਦਿਓ। ਕਹਿੰਦੇ ਵੈਸੇ ਪੰਜਾਬ ਦੇ ਵਿੱਚ ਵੀ ਤੁਹਾਨੂੰ ਕਈ ਤਰ੍ਹਾਂ ਇਸ ਤਰ੍ਹਾਂ ਦੀਆਂ ਉਦਾਹਰਨਾਂ ਮਿਲ ਜਾਣਗੀਆਂ ਜਿੱਥੇ ਕੋਈ ਧਾਰਮਿਕ ਸਮਾਗਮ ਹੋਵੇ ਤੇ ਇੱਕ ਗਰੁੱਪ ਜਿਹੜਾ ਹੈ ਉਹ ਦੂਸਰੇ ਗਰੁੱਪ ਉੱਤੇ ਇਹ ਇਲਜ਼ਾਮ ਲਾਉਂਦਾ ਕਿ ਇਹ ਹਿੰਸਾ ਫੈਲਾ ਦੂਗਾ। ਖੈਰ ਵਾਪਸ ਚੱਲਦੇ ਆ, ਇੱਥੋਂ ਤੱਕ ਕਿਹਾ ਕਿ ਜਸਟਿਸ ਐਨ ਆਨੰਦ ਵੈਂਕਟੇਸ਼ ਨੇ ਕਹਿੰਦੇ ਤੁਸੀਂ ਕੇਵਲ ਸਮਾਗਮ ਨਹੀਂ ਕਰਦੇ, ਆਪਣੀ ਸ਼ੋਅ ਆਫ ਸਟਰੈਂਥ ਕਰਦੇ ਹੋ, ਆਪਣੀ ਤਾਕਤ ਦੀ ਅਜ਼ਮਾਇਸ਼ ਕਰਦੇ ਹੋ। ਇਹ ਲੱਗਦਾ ਹੀ ਨਹੀਂ ਕਿ ਤੁਹਾਡਾ ਕੋਈ ਅਮਨ ਕਾਨੂੰਨ ਦਾ ਜਾਂ ਅਮਨ ਅਮਾਨ ਦਾ ਕੋਈ ਇਸ ਤਰ੍ਹਾਂ ਦਾ ਪੀਸਫੁਲ ਤੁਹਾਡੀ ਕੋਈ ਗੈਦਰਿੰਗ ਆ ਜਿੱਥੇ ਤੁਸੀਂ ਸ਼ਾਂਤੀ ਕਰਨੀ ਆ, ਲੋਕਾਂ ਨੂੰ ਇੱਕ ਤਰ੍ਹਾਂ ਦੀ ਸ਼ਾਂਤੀ ਮਿਲੇ ਮੰਦਿਰ ਦੇ ਵਿੱਚ ਆ ਕੇ, ਜਿਸ ਕੰਮ ਲਈ ਲੋਕ ਆਉਂਦੇ ਨੇ, ਤੁਸੀਂ ਤਾਂ ਆਪਣੇ ਸ਼ਕਤੀ ਦਾ ਪ੍ਰਦਰਸ਼ਨ ਕਰ ਰਹੇ ਹੋ। ਇਹ ਗੱਲ ਵੀ ਉਹਨਾਂ ਨੇ ਕਹੀ। ਇਸ ਤੋਂ ਬਾਅਦ ਉਹਨਾਂ ਨੇ ਕਿਹਾ, ਕਹਿੰਦੇ ਕੀ ਪੁਲਿਸ ਕੋਲੇ ਕੇਵਲ ਇਹੀ ਕੰਮ ਰਹਿ ਗਿਆ ਕਿ ਅਸੀਂ ਸਮਾਗਮ ਕਰਨਾ, ਉਹਨਾਂ ਕੋਲੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦਾ, ਪੂਰੇ ਸਟੇਟ ਦੇ ਵਿੱਚ ਅਮਨ ਕਾਨੂੰਨ ਕਾਇਮ ਰਹੇ, ਉਸ ਦੀ ਕਿੱਡੀ ਵੱਡੀ ਜ਼ਿੰਮੇਵਾਰੀ ਆ। ਤੁਸੀਂ ਉਸ ਪੁਲਿਸ ਨੂੰ ਉਧਰੋਂ ਹਟਾ ਕੇ ਕੇਵਲ ਤੁਹਾਡੀ ਦੋ ਧੜਿਆਂ ਦੇ ਵਿੱਚ ਲੜਾਈ ਹੈ ਤੇ ਤੁਸੀਂ ਚਾਹੁੰਦੇ ਹੋ ਕਿ ਸਾਨੂੰ ਸੁਰੱਖਿਆ ਦਿੱਤੀ ਜਾਵੇ। ਇਸ ਕਰਕੇ ਉਹਨਾਂ ਨੇ ਇਹਨਾਂ ਦੀ ਜਿਹੜੀ ਅਰਜ਼ੀ ਆ ਉਹ ਖਾਰਿਜ ਕਰਤੀ। ਕਹਿੰਦੇ ਜੇ ਤੁਸੀਂ ਇਸ ਤਰ੍ਹਾਂ ਹੀ ਕਰਨਾ, ਉਹ ਵੀ ਧਾਰਮਿਕ ਸਥਾਨਾਂ ਤੇ ਜਾ ਕੇ, ਮੰਦਿਰਾਂ ਦੇ ਵਿੱਚ ਜਾ ਕੇ, ਤੇ ਇਸ ਤੋਂ ਬਿਹਤਰ ਆ, ਇਹ ਜਸਟਿਸ ਕਹਿ ਰਹੇ ਨੇ, ਜਸਟਿਸ ਐਨ ਆਨੰਦ ਵੈਂਕਟੇਸ਼ ਕਹਿੰਦੇ ਫਿਰ ਇਹ ਸਾਰੇ ਮੰਦਿਰਾਂ ਨੂੰ ਬੰਦ ਕਰ ਦਿਓ, ਤਾਲੇ ਲਾ ਦਿਓ, ਇਹਨਾਂ ਦੀ ਲੋੜ ਨਹੀਂ ਆ। ਜੇ ਤੁਸੀਂ ਆਪਸ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਸੁਹਿਰਦਤਾ ਜਾਂ ਆਪਸ ਦੇ ਵਿੱਚ ਵੀ ਕੋਈ ਭਾਈਚਾਰਾ ਨਹੀਂ ਦਿਖਾ ਸਕਦੇ ਤੇ ਫਿਰ ਤੁਸੀਂ ਸਮਝ ਲਓ ਤੇ ਫਿਰ ਇਹ ਭਾਈਚਾਰਾ ਸਾਨੂੰ ਕਿੱਥੇ ਦਿਸੇਗਾ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।